स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਬਹੁਤ ਸਾਰਾ ਪਿਆਰ ਤੁਸੀਂ ਇਸ ਸ਼ੋਅ ਨੂੰ ਦੇ ਰਹੇ ਹੋ। ਪਹਿਲੇ ਐਪੀਸੋਡ ਤੋਂ ਬਾਅਦ ਹਜ਼ਾਰਾਂ ਕਾਲਸ ਨੇ ਜਿਹੜੀਆਂ ਵੈਦ ਸਾਹਿਬ ਨੂੰ ਆਈਆਂ ਨੇ ਔਰ ਇਹਨਾਂ ਦੀ ਪੂਰੀ ਕੋਸ਼ਿਸ਼ ਰਹੀ ਹੈ ਕਿ ਹਰ ਕਾਲ ਦਾ ਜਵਾਬ ਦਿੱਤਾ ਜਾਵੇ ਔਰ ਪੇਸ਼ੈਂਟਸ ਦੀ ਤਸੱਲੀ ਕਰਾਈ ਜਾਵੇ। ਇਹ ਸ਼ੋਅ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਆਯੁਰਵੇਦ ਨੂੰ ਸਮਝਦੇ ਨੇ। ਆਯੁਰਵੇਦ ਦੇ ਸੰਬੰਧੀ ਉਹਨਾਂ ਦੇ ਕਈ ਮਨ ਦੇ ਵਿੱਚ ਭੁਲੇਖੇ ਜ਼ਰੂਰ ਨੇ। ਆਯੁਰਵੇਦ ਤੇ ਵਿਸ਼ਵਾਸ ਤਾਂ ਹੈ ਪਰ ਕੁਝ ਲੋਕਾਂ ਨੇ ਆਯੁਰਵੇਦ ਤੇ ਵਿਸ਼ਵਾਸ ਭਟਕਾ ਦਿੱਤਾ। ਉਹ ਵਿਸ਼ਵਾਸ ਦੁਬਾਰਾ ਕਾਇਮ ਕਰਨ ਦੇ ਲਈ ਜਿਹੜੇ ਲੋਕ ਐਲੋਪੈਥੀ ਦੇ ਨਾਲ ਜਾਂ ਹੋਰ ਕੁਝ ਟ੍ਰੀਟਮੈਂਟ ਦੇ ਨਾਲ ਇਲਾਜ ਕਰਾ ਰਹੇ ਨੇ, ਕੋਈ ਫਰਕ ਨਹੀਂ ਪੈ ਰਿਹਾ, ਅਸਰ ਨਹੀਂ ਪੈ ਰਿਹਾ ਜਾਂ ਘੱਟ ਪੈ ਰਿਹਾ, ਤਾਂ ਕੀ ਉਹਨਾਂ ਦੀ ਇੱਕ ਆਖਰੀ ਹੋਪ ਹੈ ਜਿਹੜੀ ਉਹ ਆਯੁਰਵੇਦਾ ਹੈਗੀ ਹੈ ਕਿ ਉਹ ਆਯੁਰਵੇਦਾ ਵੱਲ ਜਾਣਾ ਚਾਹੁੰਦੇ ਨੇ। ਸਾਡਾ ਮੇਨ ਮਕਸਦ ਇਹ ਹੈ ਕਿ ਆਯੁਰਵੇਦਾ ਜਿਹੜੀ ਵਿਧੀ ਕਈ ਹਜ਼ਾਰਾਂ ਸਾਲ ਪੁਰਾਣੀ ਹੈ ਉਸ ਸੰਬੰਧੀ ਜਿਹੜੇ ਲੋਕਾਂ ਦੇ ਅੰਦਰ ਭਰਮ ਭੁਲੇਖੇ ਨੇ ਉਹ ਦੂਰ ਕੀਤੇ ਜਾਣ ਤੇ ਆਯੁਰਵੇਦਾ ਦੇ ਵਿੱਚ ਕੀ ਹਰ ਬਿਮਾਰੀ ਦਾ ਇਲਾਜ ਹੈ ਇਹ ਤੁਹਾਡੇ ਤੱਕ ਜਾਣਕਾਰੀ ਪਹੁੰਚਾਈ ਜਾਵੇ। ਸਾਡੇ ਨਾਲ ਉਹੀ ਖਾਸ ਪੈਨਲ ਮੌਜੂਦ ਹੈ ਜਿਹੜਾ ਪਹਿਲੇ ਐਪੀਸੋਡ ਦੇ ਵਿੱਚ ਪੈਨਲ ਸੀਗਾ, ਜਿਹੜੇ ਤਮਾਮ ਸਾਨੂੰ ਜਾਣਕਾਰੀ ਦੇਣਗੇ ਬਿਮਾਰੀਆਂ ਬਾਰੇ ਵੀ, ਕਿਉਂਕਿ ਪਹਿਲਾਂ ਜਿਹੜੀਆਂ ਬਿਮਾਰੀਆਂ ਬਾਰੇ ਅਸੀਂ ਗੱਲ ਕੀਤੀ, ਭਾਵੇਂ ਉਹ ਡਿਪਰੈਸ਼ਨ ਦੀ ਗੱਲ ਹੋਵੇ, ਗੋਡਿਆਂ ਦੀ ਗਰੀਸ ਦੀ ਗੱਲ ਹੋਵੇ, ਗਠੀਏ ਦੀ ਗੱਲ ਹੋਵੇ, ਬਹੁਤ ਸਾਰੇ ਲੋਕਾਂ ਦੇ ਇਹਨਾਂ ਨੂੰ ਫੋਨ ਕਾਲ ਆਏ ਕਿ ਹਾਂ ਸਾਨੂੰ ਇਹੀ ਚੀਜ਼ਾਂ ਨੇ, ਇਹੀ ਸਿੰਪਟਮਸ ਨੇ ਪਰ ਸਾਨੂੰ ਅਸਰ ਨਹੀਂ ਹੋ ਰਿਹਾ। ਸੋ ਹੁਣ ਉਹ ਲੋਕ ਇਹਨਾਂ ਤੱਕ ਪਹੁੰਚ ਕਰਨਾ ਸ਼ੁਰੂ ਕਰ ਦਿੱਤੇ ਨੇ ਔਰ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਅਸਰ ਹੋਣਾ ਸ਼ੁਰੂ ਵੀ ਹੋ ਜਾਏ। ਸਾਡੇ ਨਾਲ ਮੌਜੂਦ ਨੇ ਵੈਦ ਜਗਤਾਰ ਪੰਨੂ ਜੀ, ਇਸ ਦੇ ਨਾਲ ਹੀ ਡਾਕਟਰ ਦੀਕਸ਼ਾ ਜੀ ਔਰ ਡਾਕਟਰ ਮਨਦੀਪ ਵਰਮਾ ਜੀ। ਪਿਛਲੇ ਕਈ ਸਾਲਾਂ ਤੋਂ ਇਹ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਨੇ, ਕਈ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਨੇ ਔਰ ਬਹੁਤ ਸਾਰੇ ਮਰੀਜ਼ਾਂ ਨੂੰ ਇਹ ਠੀਕ ਵੀ ਕਰ ਚੁੱਕੇ ਨੇ। ਇਹਨਾਂ ਦਾ ਮੁੱਖ ਮਕਸਦ ਬਿਮਾਰੀਆਂ ਦੂਰ ਕਰਨਾ, ਬਿਮਾਰੀਆਂ ਨੂੰ ਲੱਭ ਕੇ ਉਹਨਾਂ ਦੀ ਖੋਜ ਕਰਕੇ ਜੜੀ ਬੂਟੀਆਂ ਜਾਂ ਹੋਰ ਵੀ ਜਿਹੜੀਆਂ ਦਵਾਈਆਂ ਨੇ ਉਹ ਤਾਂ ਹੈ ਹੀ ਹੈ, ਪਰ ਇਹਨਾਂ ਦਾ ਮੁੱਖ ਮਕਸਦ ਇਹ ਹੈ ਕਿ ਆਯੁਰਵੇਦਾ ਸੰਬੰਧੀ ਜਿਹੜੇ ਲੋਕਾਂ ਦੇ ਭਰਮ ਭੁਲੇਖੇ ਨੇ ਜਾਂ ਆਯੁਰਵੇਦਾ ਨੂੰ ਕਈ ਲੋਕਾਂ ਨੇ ਬਦਨਾਮ ਕਰ ਦਿੱਤਾ ਉਸ ਦੀ ਸਥਿਤੀ ਸਪਸ਼ਟ ਕੀਤੀ ਜਾਵੇ। ਆਯੁਰਵੇਦਾ ਨੂੰ ਵੀ ਐਲੋਪੈਥੀ ਦੀ ਤਰ੍ਹਾਂ ਹੀ ਲੋਕ ਇੱਕ ਵਿਧੀ ਮੰਨਣ, ਕਿਸੇ ਚਮਤਕਾਰ ਨੂੰ ਨਾ ਮੰਨਣ, ਕਿਸੇ ਭਰਮ ਭੁਲੇਖੇ ਦੇ ਵਿੱਚ ਨਾ ਆਉਣ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਮੈਂ ਇੱਕ ਸਵਾਲ ਜਿਹੜਾ ਪਿਛਲੀ ਵਾਰੀ ਵੀ ਕੀਤਾ ਸੀ ਲਗਭਗ ਉਹਦੇ ਨਾਲ ਜੁੜਦਾ ਹੀ ਇੱਕ ਸਵਾਲ ਜਿਹੜਾ ਉਹ ਆਪਾਂ ਕਰ ਲੈਂਦੇ ਹਾਂ ਡਾਕਟਰ ਮਨਦੀਪ ਵਰਮਾ ਤੋਂ, ਫਿਰ ਆਪਾਂ ਬਿਮਾਰੀਆਂ ਬਾਰੇ ਵੀ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਜਿਵੇਂ ਪਹਿਲਾਂ ਕਿਹਾ ਕਿ ਹਰੇਕ ਵਿਧੀ ਦਾ ਕੋਈ ਨਾ ਕੋਈ ਮਕਸਦ ਹੁੰਦਾ। ਜੇ ਆਪਾਂ ਆਯੁਰਵੇਦ ਦੀ ਗੱਲ ਕਰੀਏ ਤਾਂ ਆਯੁਰਵੇਦ ਦਾ ਮਕਸਦ ਕੀ ਹੈ? ਕੀ ਸਿਰਫ ਬਿਮਾਰੀਆਂ ਦਾ ਇਲਾਜ ਕਰਕੇ ਠੀਕ ਕਰਨਾ ਜਾਂ ਘੱਟੋ ਘੱਟ ਇਹ ਵੀ ਲੱਭਣਾ ਕਿ ਬਿਮਾਰੀ ਹੋਈ ਕਿਉਂ? ਜਿਵੇਂ ਪਿਛਲੀ ਵਾਰੀ ਮੈਨੂੰ ਡਾਕਟਰ ਦੀਕਸ਼ਾ ਦੀ ਗੱਲ ਬੜੀ ਸਹੀ ਲੱਗੀ ਕਿ ਜੇ ਸਿਰ ਦਰਦ ਹੁੰਦਾ ਤਾਂ ਗੋਲੀ ਖਾ ਕੇ ਸਿਰ ਦਰਦ ਠੀਕ ਹੁੰਦਾ, ਪਰ ਆਯੁਰਵੇਦਾ ਦਾ ਮਕਸਦ ਹੈ ਉਹ ਜੜ ਲੱਭਣੀ ਕਿ ਸਿਰ ਦਰਦ ਹੋਇਆ ਕਿਉਂ। ਕੀ ਆਯੁਰਵੇਦਾ ਦਾ ਮਕਸਦ ਇਹੀ ਹੈ ਜਾਂ ਆਯੁਰਵੇਦਾ ਹੈ ਕੀ ਹੈ? ਥੋੜ੍ਹਾ ਜਿਹਾ ਤਫਸੀਲ ਨਾਲ ਦੱਸੋ। ਐਕਚੁਅਲੀ ਜੇ ਆਪਾਂ ਗੱਲ ਕਰੀਏ ਇਸ ਦੇ ਟੌਪਿਕ ਦੇ ਬਾਰੇ 'ਚ, ਆਯੁਰਵੇਦਾ ਆਪਣੀ ਇੱਕ ਇੰਡੀਆ ਦੀ ਪਰਸਨਲ ਪੈਥੀ ਹੈ। ਇਹ ਇੱਕ ਇੰਡੀਆ ਦੀ ਪੈਥੀ ਆ ਜਿਹਦੇ ਅਕੋਰਡਿੰਗ ਆਪਣੇ ਪੁਰਾਣੇ ਰਿਸ਼ੀ ਮੁਨੀ ਹੋ ਗਏ, ਪੁਰਾਣੇ ਲੋਕ ਹੋ ਗਏ, ਇਹਦੇ ਅਕੋਰਡਿੰਗ ਚੱਲੇ ਜਾਂਦੇ ਸੀ। ਤਾਂ ਇਹ ਸੀ ਆਪਣੇ ਇੱਕ ਤਰ੍ਹਾਂ ਆਯੁਰਵੇਦ ਨੂੰ ਆਪਾਂ ਸਿੰਪਲ ਆਯੁਰਵੇਦ ਇੱਕ ਸਟੱਡੀ ਜਾਂ ਇੱਕ ਸਾਇੰਸ ਕਹਿਣ ਦੀ ਬਜਾਏ ਆਯੁਰਵੇਦ ਨੂੰ ਇੱਕ ਗ੍ਰੰਥ ਦੇ ਰੂਪ 'ਚ ਮੰਨਿਆ ਜਾਂਦਾ। ਜਿਵੇਂ ਆਪਣੇ ਧਾਰਮਿਕ ਗ੍ਰੰਥ ਨੇ ਉਸੇ ਤਰ੍ਹਾਂ ਆਯੁਰਵੇਦ ਵੀ ਇੱਕ ਗ੍ਰੰਥ ਆ। ਤਾਂ ਇਹ ਬਹੁਤ ਪੁਰਾਣੇ ਰਿਸ਼ੀਆਂ ਮੁਨੀਆਂ ਦੁਆਰਾ ਲਿਖਿਆ ਗਿਆ, ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖਿਆ ਗਿਆ। ਤਾਂ ਉਹਨਾਂ ਨੇ ਸੰਸਕ੍ਰਿਤ ਦੇ ਵਿੱਚ ਇਹ ਲਿਖਿਆ ਸੀ ਵੀ ਆਯੁਰਵੇਦ ਦਾ ਪ੍ਰਯੋਜਨ ਕੀ ਆ, ਪ੍ਰਯੋਜਨਮ ਚਾस्य ਸਵਾਸਥਯ ਸਵਾਸਥਯ ਰਕਸ਼ਣਮ ਆਤੁਰस्य ਵਿਕਾਰ ਪ੍ਰਸ਼ਨਮ ਚ, ਵੀ ਆਯੁਰਵੇਦ ਦਾ ਪ੍ਰਯੋਜਨ ਹੈ ਸਵਾਸਥ ਵਿਅਕਤੀ ਹੈ ਜਿਹੜਾ ਉਹਦਾ ਸਵਾਸਥ ਕਾਇਮ ਰੱਖਣਾ, ਵੀ ਜਿਹਨੂੰ ਕੋਈ ਰੋਗ ਨਹੀਂ ਹੈਗਾ ਉਹ ਨਿਰੋਗ ਹੀ ਬਣਿਆ ਰਹੇ। ਹਾਂ, ਜੇ ਕਿਸੇ ਨੂੰ ਰੋਗ ਆ ਤਾਂ ਉਹਨੂੰ ਉਹਦੇ ਰੋਗ ਤੋਂ ਛੁਟਕਾਰਾ ਦਿਲਵਾਉਣਾ। ਪੰਨੂ ਸਾਹਿਬ, ਵੈਦ ਸਾਹਿਬ, ਮੈਂ ਥੋੜ੍ਹੇ ਤੋਂ ਜਾਣਨਾ ਚਾਹੁੰਦਾ ਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਲੋਕਾਂ ਦੇ ਮਨਾਂ ਦੇ ਅੰਦਰ ਬੜੇ ਭੁਲੇਖੇ ਹੁੰਦੇ ਨੇ ਆਯੁਰਵੇਦ ਨੂੰ ਲੈ ਕੇ ਕਿ ਸਾਨੂੰ ਇਹ ਖਾਣਾ ਚਾਹੀਦਾ, ਇਹ ਨਹੀਂ ਖਾਣਾ ਚਾਹੀਦਾ, ਸਾਨੂੰ ਜੇ ਆਯੁਰਵੇਦ ਸ਼ੁਰੂ ਕਰ ਲਿਆ ਤਾਂ ਸਾਨੂੰ ਆਹ ਵੀ ਛੱਡਣਾ ਪੈ ਜਾਏਗਾ, ਆਹ ਵੀ ਛੱਡਣਾ ਪੈ ਜਾਏਗਾ। ਖਾਣ ਪੀਣ ਨੂੰ ਲੈ ਕੇ ਆਯੁਰਵੇਦ ਕੀ ਕਹਿੰਦਾ? ਕੀ ਨਿਯਮ ਵਾਲੀ ਹੈਗੀ ਹੈ? ਕਿਉਂਕਿ ਹਰੇਕ ਵਿਧੀ ਦੇ ਵਿੱਚ ਇੱਕ ਨਿਯਮ ਵਾਲੀ ਹੁੰਦੀ ਹੈ ਕਿ ਤੁਸੀਂ ਆਹ ਚੀਜ਼ ਖਾਣੀ ਆ, ਆਹ ਚੀਜ਼ ਨਹੀਂ ਖਾਣੀ। ਆਯੁਰਵੇਦ ਕੀ ਕਹਿੰਦਾ? ਨਹੀਂ, ਆਯੁਰਵੇਦ ਦੇ ਵਿੱਚ ਇਹ ਹੈ ਵੀ ਜਿਹੜਾ ਇੱਕ ਤੰਦਰੁਸਤ ਵਿਅਕਤੀ ਆ ਉਹਨੂੰ ਕੋਈ ਪਰਹੇਜ਼ ਨਹੀਂ ਕਰਨਾ ਚਾਹੀਦਾ। ਜੇ ਉਹ ਪਰਹੇਜ਼ ਕਰੂਗਾ ਤਾਂ ਉਹ ਬਿਮਾਰ ਹੋ ਜਾਊਗਾ। ਅਸੀਂ ਪਰਹੇਜ਼ ਬਿਮਾਰੀ ਦੇ ਵਿੱਚ ਕਰਾਉਂਦੇ ਆ। ਉਹਦੇ ਵਿੱਚ ਵੀ ਜੇ ਅਸੀਂ ਚਾਹੁੰਦੇ ਵੀ ਬੰਦੇ ਦੀ ਇਮਿਊਨਿਟੀ ਇੰਨੀ ਵੱਧ ਜਾਵੇ ਵੀ ਉਹ ਕੁਝ ਵੀ ਖਾਵੇ ਉਹਨੂੰ ਸਭ ਕੁਝ ਹਜਮ ਹੋਊਗਾ। ਜੇ ਅਸੀਂ ਕਿਸੇ ਬਿਮਾਰੀ 'ਚ ਪਰਹੇਜ਼ ਕਰਾਉਂਦੇ ਆ ਸਿਰਫ ਉਨੇ ਚਿਰ ਕਰਾਉਂਦੇ ਆ ਜਦ ਤੱਕ ਉਹ ਠੀਕ ਨਹੀਂ ਹੁੰਦਾ ਜੀ। ਉਦੋਂ ਬਾਅਦ ਅਸੀਂ ਕੋਈ ਪਰਹੇਜ਼ ਨਹੀਂ ਦਿਖਾਉਂਦੇ ਜੀ। ਪਰਹੇਜ਼ ਨੇ ਤਾਂ ਲੋਕ ਬਿਮਾਰ ਕਰਤੇ ਉਲਟੇ ਜੀ। ਇਹ ਵੀ ਆਹ ਨਹੀਂ ਤੁਸੀਂ ਖਾਣਾ, ਉਹ ਨਹੀਂ ਖਾਣਾ। ਦੇਖੋ, ਜੋ ਤੁਹਾਨੂੰ ਚੰਗਾ ਲੱਗਦਾ ਏ ਪਹਿਲਾਂ ਖਾ ਕੇ ਦੇਖੋ। ਜੇ ਕੋਈ ਤੁਹਾਨੂੰ ਚੀਜ਼ ਕੋਈ ਫਿੱਟ ਨਹੀਂ ਪੈਂਦੀ, ਵੀ ਸੂਟ ਕਰ ਰਹੀ ਹੈ ਕਿ ਨਹੀਂ ਨਹੀਂ ਕਰ ਰਹੀ, ਉਹ ਛੱਡ ਦੇਣੀ ਚਾਹੀਦੀ ਹੈ। ਇਨਸਾਨ ਨੂੰ ਜਿਵੇਂ ਪਹਿਲਾਂ ਉਧਰ ਵੀ ਕਿਹਾ ਸੀ ਵੀ ਖਾਓ ਮਨ ਪਾਉਂਦਾ, ਪਹਿਨੂੰ ਜੱਗ ਪਾਉਂਦਾ। ਆਪਾਂ ਉਲਟ ਕੰਮ ਕਰਨ ਲੱਗ ਗਿਆ। ਖਾਣ ਆਪਾਂ ਲੋਕਾਂ ਦੀ ਮਰਜ਼ੀ ਲੱਗ ਗਏ, ਪਹਿਨਣ ਆਪਣੀ ਮਰਜ਼ੀ ਲੱਗ ਗਏ। ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀਗੇ ਜੀ ਉਹਨਾਂ ਮੁਤਾਬਕ ਖਾਣਾ ਖਾਓ ਜੀ। ਕੋਈ ਚੀਜ਼ ਦਾ ਪਰਹੇਜ਼ ਨਾ ਕਰੋ।
ਜੋ ਚੀਜ਼ ਤੁਹਾਨੂੰ ਚੰਗੀ ਲੱਗਦੀ ਉਹ ਖਾਓ ਜੀ ਉਹ। ਪਰ ਵੈਦ ਸਾਹਿਬ ਨਾਲ ਇਹ ਵੀ ਹੈ ਨਾ ਕਿ ਜਿਵੇਂ ਤੁਸੀਂ ਕਿਹਾ ਕਿ ਖਾ ਕੇ ਪਹਿਲਾਂ ਤੁਸੀਂ ਦੇਖ ਲਓ ਤੁਹਾਨੂੰ ਸੂਟ ਕਰਦੀ ਹੈ ਕਿ ਨਹੀਂ ਕਰਦੀ। ਅੱਜ ਕੱਲ ਤਾਂ ਹਰ ਤੀਜੇ ਬੰਦੇ ਨੂੰ ਅਸੀਂ ਸੁਣਦੇ ਹਾਂ ਕਿ ਇਹ ਫਲਾਣੇ ਦੀ ਐਲਰਜੀ ਇਹਨੂੰ, ਇਹ ਜੀ ਇਹ ਮੈਦਾ ਨਹੀਂ ਖਾ ਸਕਦਾ ਇਹਦੀ ਐਲਰਜੀ ਹੈ, ਇਹ ਕਣਕ ਦੀ ਐਲਰਜੀ ਹੈ ਜੀ, ਇਹ ਫਰੂਟ ਦੀ ਐਲਰਜੀ ਹੈ। ਉਹ ਚੀਜ਼ਾਂ ਜਿਹੜੀਆਂ ਸੁਣਨ ਦੇ ਵਿੱਚ ਵੀ ਬੜੀਆਂ ਅਜੀਬ ਲੱਗਦੀਆਂ ਵੀ ਇਸ ਚੀਜ਼ ਦੀ ਵੀ ਕਿਸੇ ਨੂੰ ਐਲਰਜੀ ਹੋ ਸਕਦੀ ਹੈ। ਇਦਾਂ ਦਾ ਵੀ ਤੁਹਾਡੇ ਕੋਲ ਪੇਸ਼ੈਂਟ ਆਉਂਦੇ? ਬਿਲਕੁਲ ਬਿਲਕੁਲ ਜੀ, ਕਿਸੇ ਨੂੰ ਕਣਕ ਤੋਂ ਐਲਰਜੀ ਹੈ ਜੀ, ਕਿਸੇ ਨੂੰ ਖਰੋਟਾਂ ਤੋਂ ਐਲਰਜੀ ਹੈ, ਕਿਸੇ ਨੂੰ ਬਦਾਮਾਂ ਤੋਂ ਐਲਰਜੀ ਹੈ, ਕਿਸੇ ਨੂੰ ਘਾਹ ਤੋਂ ਐਲਰਜੀ ਹੈ ਜੀ, ਕਿਸੇ ਨੂੰ ਮੌਸਮ ਤੋਂ ਐਲਰਜੀ ਹੈ ਜੀ, ਕਿਸੇ ਨੂੰ ਕੋਈ ਵੀ ਐਲਰਜੀ ਹੈ ਜੀ। ਆਜੋ ਵੈਦ ਦੇ ਵਿੱਚ ਸਾਡੇ ਕੋਲ ਉਸ ਹਰੇਕ ਰੋਗ ਦਾ ਇਲਾਜ ਸੰਭਵ ਆ। ਅਸੀਂ ਇਮਿਊਨਿਟੀ ਇੰਨੀ ਵਧਾਉਣੀ ਹੈ ਬੰਦੇ ਦੀ, ਕੁਝ ਵੀ ਖਾਵੇ ਕਿ ਉਹ ਐਲਰਜੀ ਖਤਮ ਹੋਣ ਤੋਂ ਬਾਅਦ ਦੁਬਾਰਾ ਉਹ ਚੀਜ਼ਾਂ ਸ਼ੁਰੂ ਕਰ ਸਕਦਾ। ਬਿਲਕੁਲ ਜੀ, ਐਨ ਉਹਦੀ ਇਮਿਊਨਿਟੀ ਇੰਨੀ ਕਰ ਦੇਣੀ ਅਸੀਂ ਵੀ ਜੋ ਵੀ ਚੀਜ਼ ਖਾਊਗਾ ਉਹਨੂੰ ਹਜਮ ਹੋਊਗੀ ਜੀ। ਬਹੁਤਾ ਲੰਮਾ ਸਮਾਂ ਦਵਾਈ ਨਹੀਂ ਖਾਣੀ ਜੀ ਉਹ। ਨਹੀਂ, ਫਰਜ਼ ਕਰ ਲਓ ਕਿਸੇ ਨੂੰ ਕਣਕ ਤੋਂ ਐਲਰਜੀ ਹੈ, ਕਣਕ ਵੀਟ ਐਲਰਜੀ ਵਾਲੇ ਪੇਸ਼ੈਂਟ ਬੜੇ ਦੁਖੀ ਹੁੰਦੇ ਨੇ। ਖਾਸ ਤੌਰ ਤੇ ਉਹਨਾਂ ਨੂੰ ਕਿਧਰੇ ਬਾਹਰ ਜਾਣਾ ਹੈ, ਕਿਤੇ ਘੁੰਮਣ ਫਿਰਨ ਜਾਣਾ, ਕਿਸੇ ਵਿਆਹ ਸ਼ਾਦੀ ਜਾਣਾ, ਉਹ ਤਾਂ ਉਹੀ ਚੀਜ਼ਾਂ ਲੱਭਦੇ ਰਹਿੰਦੇ ਕਿ ਜਿਹਦੇ 'ਚ ਵੀਟ ਨਾ ਹੋਵੇ। ਕੀ ਉਹ ਆਮ ਲੋਕਾਂ ਵਰਗੀ ਜ਼ਿੰਦਗੀ ਦੁਬਾਰਾ ਜੀ ਸਕਦੇ ਨੇ? ਬਿਲਕੁਲ ਬਿਲਕੁਲ ਜੀ, ਐਨ 100% ਜਿਵੇਂ ਆਮ ਲੋਕ ਖਾਂਦੇ ਨੇ ਉਕਣ ਹੀ ਸਾਰਾ ਕੁਝ ਖਾਣਗੇ ਜੀ ਉਹ। ਇਕੱਲੇ ਵੀਟ ਐਲਰਜੀ, ਕੋਈ ਵੀ ਐਲਰਜੀ ਹੈ ਕਿਸੇ ਕਿਸਮ ਦੀ ਜੀ, ਸਾਡੇ ਕੋਲ ਹਰੇਕ ਐਲਰਜੀ ਦਾ ਪੱਕਾ ਇਲਾਜ ਆ ਜੀ ਇਹਨੂੰ। ਅਸੀਂ ਆਪਣੀ ਮੈਡੀਸਿਨ ਦੇ ਨਾਲ ਹੀ ਉਹਨਾਂ ਨੂੰ ਸਟਾਰਟ ਕਰਾਉਂਦੇ ਹਾਂ, ਚਾਹੇ ਵੀਟ ਹੈ, ਚਾਹੇ ਨਟਸ ਹੈ, ਚਾਹੇ ਕੁਝ ਵੀ ਹੈ। ਅਸੀਂ ਇੱਕ ਪ੍ਰੋਪਰਲੀ ਇੱਕ ਮੈਡੀਸਿਨ ਦੇ ਕੇ ਫਿਰ ਹੌਲੀ ਹੌਲੀ ਚੀਜ਼ ਸਟਾਰਟ ਕਰਵਾਉਂਦੇ ਹਾਂ ਤੇ ਪੇਸ਼ੈਂਟ ਬਿਲਕੁਲ ਖਾਂਦੇ ਨੇ ਤੇ ਉਸ ਤੋਂ ਬਾਅਦ ਈਵਨ ਮੈਡੀਸਿਨ ਬੰਦ ਹੋ ਜਾਂਦੀ ਹੈ। ਜਦੋਂ ਬਿਲਕੁਲ ਠੀਕ ਹੋ ਜਾਂਦੇ ਤੇ ਆਪਣਾ ਪ੍ਰੋਪਰ ਜੋ ਡੇਲੀ ਰੂਟੀਨ ਹੈ ਉਹ ਕਰਦੇ ਨੇ। ਕਿਤੇ ਇਹ ਨਹੀਂ ਹੋ ਸਕਦਾ ਕਿ ਇੱਕ ਵਾਰ ਤੁਸੀਂ ਉਹਨਾਂ ਨੂੰ ਠੀਕ ਕਰ ਦਿਓ, ਦੁਬਾਰਾ ਉਹ ਸ਼ੁਰੂ ਕਰ ਦੇਣ, ਫਿਰ ਉਹਨਾਂ ਦੀ ਐਲਰਜੀ ਸ਼ੁਰੂ ਹੋ ਜਾਏ? ਨਹੀਂ, ਅਸੀਂ ਸਟਾਰਟ ਹੀ ਉਵੇਂ ਕਰਵਾਉਂਦੇ ਹਾਂ ਮੈਡੀਸਿਨ ਦੇ ਨਾਲ ਜਿਹੜੀ ਚੀਜ਼ ਤੋਂ ਉਹਨਾਂ ਨੂੰ ਐਲਰਜੀ ਸੀ ਸਟਾਰਟ ਹੀ ਉਵੇਂ ਕਰਵਾਉਂਦੇ ਆ। ਅੱਛਾ, ਤੁਹਾਡੇ ਕੋਲ ਡਾਕਟਰ ਦੀਕਸ਼ਾ ਮਤਲਬ ਆਮ ਤੌਰ ਤੇ ਜਿਹੜੇ ਵੀਟ ਐਲਰਜੀ ਦੀ ਤਾਂ ਗੱਲ ਹੈਗੀ ਹੈ, ਇਹ ਤੋਂ ਇਲਾਵਾ ਵੀ ਕਈ ਤਰ੍ਹਾਂ ਦੀਆਂ ਐਲਰਜੀਆਂ ਬੜੀਆਂ ਸੁਣਨ ਦੇ ਵਿੱਚ ਹੈਰਾਨਗੀ ਹੁੰਦੀ ਹੈ। ਕਿਸੇ ਨੂੰ ਫਰੂਟ ਤੋਂ ਐਲਰਜੀ ਹੈ, ਕਿਸੇ ਨੂੰ ਨਟਸ ਤੋਂ ਐਲਰਜੀ ਹੈ। ਇਹਦਾ ਕਾਰਨ ਕੀ ਸਮਝ ਆਉਂਦਾ? ਆਯੁਰਵੇਦ ਕੀ ਕਹਿੰਦਾ ਕਿ ਇਹ ਐਲਰਜੀਆਂ ਕਿਉਂ ਹੁੰਦੀਆਂ ਨੇ? ਦੇਖੋ ਬੇਸਿਕਲੀ ਇਹ ਐਲਰਜੀ ਦਾ ਆਪਾਂ ਕੋਈ ਰੀਜ਼ਨ ਨਹੀਂ ਕਹਿ ਸਕਦੇ। ਹਾਂ, ਜਿਹੜੇ ਆਪਾਂ ਵੀਟ ਐਲਰਜੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਕੀ ਹੈ ਨਾ, ਆਪਣੀ ਬਾਡੀ ਐਂਟੀਬਾਡੀ ਪ੍ਰੋਡਿਊਸ ਕਰਨ ਲੱਗ ਪੈਂਦੀ ਹੈ। ਵੀਟ ਦੇ ਵਿੱਚ ਕੁਝ ਪ੍ਰੋਟੀਨ ਹੁੰਦੇ ਆ, ਉਹਦੇ ਨਾਲ ਐਂਟੀਬਾਡੀਜ਼ ਪ੍ਰੋਡਿਊਸ ਕਰਨ ਲੱਗ ਪੈਂਦੇ, ਜਿਹਦੇ ਨਾਲ ਉਹ ਤੁਹਾਨੂੰ ਹਜਮ ਨਹੀਂ ਹੁੰਦੀ। ਮੇਨ ਆਪਣੇ ਐਕਚੁਅਲੀ ਜਿਵੇਂ ਬਾਡੀ ਦਾ ਡਿਫੈਂਸ ਮੈਕੈਨਿਜ਼ਮ ਆ, ਆਪਣੇ ਦੇਸ਼ ਦੀ ਆਪਣੀ ਮਿਲਟਰੀ ਆ, ਤਾਂ ਸਾਡੇ ਸਰੀਰ ਦੀ ਵੀ ਆਪਣੀ ਮਿਲਟਰੀ ਹੈ ਇੱਕ, ਜਿਹੜੀ ਬਾਹਰੋਂ ਆਈ ਚੀਜ਼ ਨੂੰ ਦੇਖਦੀ ਆ, ਪਰਖਦੀ ਆ ਵੀ ਇਹ ਸਾਡੇ ਲਈ ਠੀਕ ਆ, ਤਾਂ ਉਹਦੇ ਅਕੋਰਡਿੰਗ ਕਈ ਵਾਰ ਕਿਆ ਹੁੰਦਾ ਆਪਣੇ ਸਰੀਰ ਦੀ ਉਹ ਇਹ ਜੀ ਜਿਹੜੀ ਮਿਲਟਰੀ ਆ ਉਹ ਆਪਣੇ ਕਿਸੇ ਵੀ ਚੀਜ਼ ਦੇ ਅਕੋਰਡਿੰਗ ਐਡਵਾਂਸ 'ਚ ਡਿਫੈਂਸ ਮੈਕੈਨਿਜ਼ਮ ਤਿਆਰ ਕਰ ਲੈਂਦੀ ਆ, ਤਾਂ ਉਹ 'ਚ ਆਪਾਂ ਕਹਿ ਦਿੰਦੇ ਹਾਂ ਇਮਿਊਨ ਸਿਸਟਮ ਹਾਈਪਰ ਐਕਟਿਵ ਹੋ ਜਾਂਦਾ ਬੰਦੇ ਦਾ। ਉਸ ਚੀਜ਼ ਕਰਕੇ ਐਲਰਜੀਜ਼ ਹੋਣ ਲੱਗ ਜਾਂਦੀਆਂ ਨੇ। ਫਿਰ ਆਪਾਂ ਨੂੰ ਉਹ ਚੀਜ਼ ਨੂੰ ਸਹੀ ਕਰਨਾ ਪੈਂਦਾ, ਦਵਾਈਆਂ ਦਿੰਦੇ ਆ ਹਰ ਇੱਕ ਚੀਜ਼, ਫਿਰ ਉਸ ਚੀਜ਼ ਨਾਲ ਇਹ ਡਿਪਰੈਸ ਹੋ ਜਾਂਦੀ ਹੈ ਤੇ ਹੌਲੀ ਹੌਲੀ ਸੈੱਟ ਹੋ ਜਾਂਦੀ। ਔਰ ਇਹਦੇ ਨਾਲ ਹੀ ਜੁੜਦੀ ਚੀਜ਼, ਕਿਉਂਕਿ ਆਮ ਤੌਰ ਤੇ ਅਸੀਂ ਉਹ ਬਿਮਾਰੀਆਂ ਦੀ ਪਹਿਲਾਂ ਗੱਲ ਕਰ ਰਹੇ ਹਾਂ ਜਿਹੜੀ ਅੱਜ ਪੰਜਾਬ ਦੇ ਹਰ ਦੂਜੇ ਤੀਜੇ ਬੰਦੇ ਦੇ ਵਿੱਚ ਉਹ ਬਿਮਾਰੀ ਪਾਈ ਜਾਂਦੀ ਹੈ, ਭਾਵੇਂ ਉਹ ਵੀਟ ਐਲਰਜੀ ਦੀ ਗੱਲ ਹੈ, ਇਸ ਤੋਂ ਪਹਿਲਾਂ ਡਿਪਰੈਸ਼ਨ ਦੀ ਗੱਲ ਹੈ, ਔਰ ਇਹਦੇ ਨਾਲ ਹੀ ਖਾਣ ਪੀਣ ਦੇ ਨਾਲ ਜੁੜਦੀ ਹੋਈ ਗੱਲ ਹੈਗੀ ਹੈ ਲਿਵਰ ਦੀ। ਆਮ ਤੌਰ ਤੇ ਜਦੋਂ ਡਾਕਟਰਾਂ ਦੇ ਕੋਲ ਜਾਂਦੇ ਸੀ ਅਸੀਂ ਕਹਿੰਦੇ ਸੀ ਕਿ ਫੈਟੀ ਲਿਵਰ ਉਹਨਾਂ ਲੋਕਾਂ ਦਾ ਹੁੰਦਾ ਜਿਹੜੇ ਬੜੇ ਅਲਕੋਹਲ ਪੀਂਦੇ ਨੇ, ਜਿਹੜੇ ਸ਼ਰਾਬ ਬਹੁਤ ਪੀਂਦੇ ਨੇ ਜਾਂ ਬਹੁਤ ਜ਼ਿਆਦਾ ਮਸਾਲਾ ਖਾਣਾ ਖਾਂਦੇ ਨੇ। ਪਰ ਹੁਣ ਤਾਂ ਹਰ ਤੀਜੇ ਚੌਥੇ ਬੰਦੇ ਦਾ ਲਿਵਰ ਆ ਜਿਹੜਾ ਫੈਟੀ ਲਿਵਰ ਹੁੰਦਾ ਹੈ, ਜਾਂ ਲਿਵਰ ਦੀਆਂ ਬੜੀਆਂ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ, ਭਾਵੇਂ ਉਹ ਸ਼ਰਾਬ ਪੀਂਦਾ ਨਹੀਂ ਪੀਂਦਾ, ਭਾਵੇਂ ਉਹ ਬਾਹਰ ਬਹੁਤ ਜ਼ਿਆਦਾ ਖਾਂਦਾ ਨਹੀਂ ਖਾਂਦਾ, ਪਰ ਫਿਰ ਵੀ ਫੈਟੀ ਲਿਵਰ ਦੀਆਂ ਬੜੀਆਂ ਪ੍ਰੋਬਲਮਸ ਨੇ। ਮੈਂ ਵੈਦ ਸਾਹਿਬ ਤੋਂ ਪੁੱਛਾਂਗਾ, ਲੀਵਰ ਸੰਬੰਧੀ ਬਿਮਾਰੀਆਂ ਲੋਕਾਂ ਦੀਆਂ ਬਹੁਤ ਨੇ, ਹਸਪਤਾਲ ਭਰੇ ਹੁੰਦੇ ਨੇ ਫੈਟੀ ਲਿਵਰ ਦੇ, ਲਿਵਰ ਦਾ ਕੈਂਸਰ ਹੋ ਗਿਆ, ਫਲਾਣਾ ਹੋ ਗਿਆ। ਅੱਜ ਦੀ ਡੇਟ ਦੇ ਵਿੱਚ ਮੁੱਖ ਤੌਰ ਤੇ ਤੁਹਾਨੂੰ ਲਿਵਰ ਦੇ ਸੰਬੰਧੀ ਕੀ ਲੱਗ ਰਿਹਾ ਕਿ ਕਿਉਂ ਐਵੇਂ ਹੋ ਰਿਹਾ? ਦੇਖੋ, ਜਿਹੜਾ ਲਿਵਰ ਆ, ਲਿਵਰ ਦਾ ਸਰੀਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਜੀ, ਕਿਉਂਕਿ ਜਿੰਨਾ ਖਾਣਾ ਹਜਮ ਕਰਨਾ, ਖਾਣਾ ਹਜਮ ਕਰਨ ਤੋਂ ਬਾਅਦ ਜਿੰਨਾ ਰਸ ਆ ਕੱਲੀ ਕੱਲੀ ਚੀਜ਼ ਨੂੰ ਸਪਲਾਈ ਕਰਨਾ। ਲੀਵਰ ਦੇ ਨਾਲ ਜਿਵੇਂ ਭੁੱਖ ਨਹੀਂ ਲੱਗਦੀ, ਗੈਸ ਤੇ ਆ ਬਣਦੀ ਆ, ਕਬਜ਼ ਆ ਕਿਸੇ ਨੂੰ ਜੀ, ਖੱਟੇ ਢਕਾਰ ਆਉਂਦੇ ਨੇ ਜੀ। ਇਹ ਤੋਂ ਬਿਨਾਂ ਹੋਰ ਵੀ ਬਹੁਤ ਕਾਰਨ ਨੇ, ਕਿ ਜੇ ਖਾਜ ਹੁੰਦੀ ਹੈ ਤਾਂ ਵੀ ਲਿਵਰ ਦੇ ਕਰਕੇ ਹੋ ਸਕਦੀ ਹੈ। ਅੱਛਾ, ਜੇ ਨਿਗਾਹ ਘੱਟ ਆ, ਜੇ ਬਾਲ ਝੜਦੀ ਆ, ਉਹਦਾ ਕਾਰਨ ਵੀ ਲਿਵਰ ਹੋ ਸਕਦਾ ਹੈ। ਜੇ ਲਿਵਰ ਆਪਣਾ ਫੈਟੀ ਆ ਜਾਂ ਲਿਵਰ ਸਰੈਸਿਸ ਆ, ਜਿਹੜੀ ਮਰਜ਼ੀ ਉਹ ਸਟੇਜ ਤੇ ਪਹੁੰਚਿਆ ਹੋਇਆ ਹੈ, ਸਾਡੇ ਕੋਲ ਉਹਦਾ ਵੀ ਬਿਲਕੁਲ ਸਹੀ ਇਲਾਜ ਹੈ ਆਯੁਰਵੈਦ ਦੇ ਵਿੱਚ ਜੀ। ਅਸੀਂ ਉਹਨੂੰ ਬਹੁਤ ਘੱਟ ਸਮੇਂ 'ਚ ਠੀਕ ਕਰਦਾ। ਜੇ ਲਿਵਰ ਸਰੈਸਿਸ ਆ ਜੀ, ਉਹਨੂੰ ਵੀ ਅਸੀਂ ਜਿੰਨਾ ਮਰਜ਼ੀ ਲਿਵਰ ਘੱਟ ਕੰਮ ਕਰਦਾ, ਉਹਨੂੰ ਥੋੜੇ ਸਮੇਂ ਦੇ ਵਿੱਚ ਹੀ ਪੂਰਾ ਕੰਮ ਕਰ ਲਾ ਦਾਂਗੇ। ਪਰ ਆਮ ਤੌਰ ਤੇ ਕਿਹਾ ਜਾਂਦਾ ਕਿ ਲਿਵਰ ਇੱਕ ਵਾਰ ਡੈਮੇਜ ਹੋ ਗਿਆ ਤਾਂ ਦੁਬਾਰਾ ਠੀਕ ਹੋਣਾ ਬੜਾ ਮੁਸ਼ਕਲ ਹੈ। ਉਹਦਾ ਇੱਕੋ ਇੱਕ ਉਪਾਅ ਹੈ ਕਿ ਲਿਵਰ ਟ੍ਰਾਂਸਪਲਾਂਟ ਕੀਤਾ ਜਾਵੇ, ਉਹਦਾ ਕੋਈ ਉਪਾਅ ਨਹੀਂ। ਆਯੁਰਵੈਦ ਦੇ ਵਿੱਚ ਟ੍ਰਾਂਸਪਲਾਂਟ ਕਰਨ ਦੀ ਲੋੜ ਨਹੀਂ ਹੈਗੀ ਜੀ। ਲਿਵਰ ਜਿੰਨਾ ਮਰਜ਼ੀ ਸਰੈਸਿਸ ਹੋਇਆ ਜੀ, ਉਹ ਜਿਹੜੀ ਮਰਜ਼ੀ ਸਟੇਜ ਹੈ ਜੀ, ਆਯੁਰਵੈਦ ਦੇ ਵਿੱਚ ਉਹਦਾ ਪੱਕਾ ਹੱਲ ਹੈ ਜੀ। ਉਹ ਬਹੁਤ ਘੱਟ ਸਮੇਂ 'ਚ, ਇਹ ਨਹੀਂ ਹੈਗਾ ਵੀ ਕਿਤੇ ਸਾਲਾਂ ਬਾਅਦ ਦਵਾਈ ਖਾਣੀ ਆ, ਬਹੁਤ ਘੱਟ ਸਮਾਂ ਦਵਾਈ ਖਾਣੀ ਹੈ। ਲਿਵਰ ਦੇ ਤਾਂ ਸਰੀਰ 'ਚ ਇੰਨੇ ਕੁ ਫੰਕਸ਼ਨ ਨੇ ਆਪਾਂ ਇਮੈਜਿਨ ਹੀ ਕਰ ਸਕਦੇ ਹੈਗੇ।
ਕਿਉਂਕਿ ਲਿਵਰ ਨੇ ਸਭ ਕੁਝ ਕੰਟਰੋਲ ਸਾਰਾ ਕਰਨਾ। ਕੁਝ ਲਿਵਰ ਨੇ ਹੀ ਕਰਨਾ ਜੀ ਉਹ। ਅੱਛਾ, ਤੁਹਾਡੇ ਕੋਲ ਲਿਵਰ ਨਾਲ ਸੰਬੰਧਿਤ ਮਰੀਜ਼ ਆਂਦੇ ਹੋਣੇ ਆ ਬਹੁਤ ਜ਼ਿਆਦਾ ਜੀ। ਕਿਉਂਕਿ ਸਾਡੇ ਤੱਕ ਜੋ ਫੀਡਬੈਕਸ ਆਉਂਦੀਆਂ ਕਿ ਅੱਜ ਚਲਨ ਬਹੁਤ ਚੱਲ ਗਿਆ ਕਿ ਲਿਵਰ ਟ੍ਰਾਂਸਪਲਾਂਟ ਕਰਾ ਲਓ, ਇੱਕੋ ਇੱਕ ਹੱਲ ਹੈ ਕਿ ਤੁਸੀਂ ਲਿਵਰ ਬਦਲਾ ਲਓ, ਤੁਸੀਂ ਠੀਕ ਹੋ ਜਾਓਗੇ। ਤੁਸੀਂ ਇਦਾਂ ਦੇ ਵੀ ਕੋਈ ਮਰੀਜ਼ ਠੀਕ ਕੀਤੇ ਜਿਨ੍ਹਾਂ ਨੂੰ ਇਹ ਕਹਿ ਦਿੱਤਾ ਗਿਆ ਸੀਗਾ ਕਿ ਤੁਹਾਡਾ ਕੋਈ ਹੱਲ ਨਹੀਂ, ਲਿਵਰ ਟ੍ਰਾਂਸਪਲਾਂਟ ਹੋਏਗਾ? ਬਹੁਤ ਜ਼ਿਆਦਾ ਸਾਡੇ ਕੋਲ ਬਹੁਤੇ ਮਰੀਜ਼ ਉਹ ਆਉਂਦੇ ਨੇ ਜੀ ਜਿਨ੍ਹਾਂ ਨੂੰ ਇਹ ਕਹਿ ਚੁੱਕੇ ਹੁੰਦੇ ਨੇ ਜੀ। ਅਸੀਂ ਪੰਜਾਬ ਦੇ ਅੱਛੇ ਨਾਮਵਰ ਹਸਪੀਟਲਾਂ 'ਚ ਪਏ ਹੋਏ ਮਰੀਜ਼ਾਂ ਨੂੰ ਵੀ ਲਿਵਰ ਦੀ ਮੈਡੀਸਿਨ ਦਿੱਤੀ ਹੈ, ਜਿਨ੍ਹਾਂ ਨੂੰ ਜਵਾਬ ਸੀ ਵੀ ਕੋਈ ਚੇਂਜ ਨਹੀਂ ਹੋਣਾ, ਕੋਈ ਕੁਝ ਨਹੀਂ ਹੋਣਾ, ਵੀ ਬਿਲਕੁਲ ਹੀ ਖਤਮ ਹੋ ਚੁੱਕਿਆ, ਤੁਸੀਂ ਘਰੇ ਲੈ ਜਾਓ, ਸੇਵਾ ਕਰ ਲਓ। ਅੱਜ ਉਹ ਲੋਕ ਚੰਗੇ ਭਲੇ ਨੇ ਤੇ ਤੁਰੇ ਫਿਰ ਰਹੇ ਨੇ। ਜਿਨ੍ਹਾਂ ਦਾ ਮਤਲਬ 5% ਲਿਵਰ ਕੰਮ ਕਰਦਾ ਸੀਗਾ ਜੀ, ਉਹ ਵੀ ਭੱਜੇ ਫਿਰਦੇ ਨੇ ਜੀ। ਹਾਂਜੀ, ਕਿਉਂਕਿ ਲਿਵਰ ਇਹ ਹੈ, ਲਿਵਰ ਦੀਆਂ ਸਟੇਜਿਸ ਆ ਜਾਂਦੀਆਂ, ਜਿਵੇਂ ਪਹਿਲਾਂ ਫੈਟੀ ਲਿਵਰ ਆ ਗਿਆ, ਫੈਟੀ ਲਿਵਰ ਤੋਂ ਵੱਧਦਾ ਉਹ ਅੱਗੇ ਸਿਰੋਸਿਸ ਬਣ ਜਾਂਦਾ, ਸਿਰੋਸਿਸ ਟ੍ਰੀਟ ਨਾ ਕੀਤੀ ਜਾਵੇ ਤਾਂ ਉਹ ਕੈਂਸਰ ਬਣ ਜਾਂਦਾ। ਤਾਂ ਇਹ ਆ ਵੀ ਉਹਨੂੰ ਟਾਈਮ ਰਹਿੰਦੇ ਹੀ ਧਿਆਨ ਦਿੱਤਾ ਜਾਵੇ, ਟਾਈਮ ਰਹਿੰਦੇ ਹੀ ਸੈੱਟ ਕੀਤਾ ਜਾਵੇ ਤਾਂ ਕਿ ਉਹ ਦਿੱਕਤ ਨਾ ਆਵੇ। ਇੱਕ ਆਪਾਂ ਬੜੀ ਪ੍ਰਚਲਿਤ ਆਪਣੇ ਪੰਜਾਬ 'ਚ ਦਾਰੂ ਪੀਂਦੇ ਆ ਜੀ, ਇਹਨਾਂ ਦਾ ਲਿਵਰ ਖਰਾਬ ਹੋ ਗਿਆ, ਇਹ ਗਲਤ ਚੀਜ਼ ਆ। ਬਹੁਤ ਬੀਬੀਆਂ ਆ ਵਿਚਾਰੀਆਂ ਜਿਨ੍ਹਾਂ ਦਾ ਲਿਵਰ ਖਰਾਬ ਹੁੰਦਾ, ਸੇਮ ਚੀਜ਼ ਹੁੰਦੀ ਆ, ਹੁਣ ਉਹ ਤਾਂ ਡਰਿੰਕ ਨਹੀਂ ਕਰਦੀ। ਹਾਂਜੀ, ਇਹ ਚਲੋ ਆਪਾਂ ਇਹ ਨਾ ਕਹੀਏ ਕਿ ਇੰਨਾ ਹੈਗਾ ਵੀ ਡਰਿੰਕ ਵਾਲਿਆਂ ਨੂੰ ਲੋਕੀ ਪੀਣ ਲੱਗ ਜਾਣ ਕਿ ਨਹੀਂ, ਡਾਕਟਰ ਸਾਹਿਬ ਨੇ ਕਿਹਾ ਤਾਂ ਨਹੀਂ। ਫਿਰ ਇੰਨੀ ਕੁ ਗੱਲ ਤਾਂ ਹੁੰਦੀ ਵੀ ਜਿਹੜੇ ਡਰਿੰਕ ਵਾਲੇ ਹੁੰਦੇ ਨੇ ਫਿਰ ਉਹ ਕਹਾਂ ਹੀ ਪਹੁੰਚੇ ਹੁੰਦੇ, ਸਟ੍ਰੈਸ 'ਚ ਹੋ ਜਾਂਦਾ ਫਿਰ ਉਹਨਾਂ ਦਾ ਤਾਂ ਫਿਰ ਵੀ ਇਹ ਜਿੰਨੀ ਕਿ ਸ਼ਰਾਬ ਪੀਂਦੇ ਆ ਉਹ ਪੇਟ 'ਚੋਂ ਕੱਢਣੀ ਉਹ ਪੈਂਦੀ ਆ, ਉਹਨਾਂ ਦੇ ਤਾਂ ਪਰਮਾਨੈਂਟ ਟੈਪ ਲਾਈ ਹੁੰਦੀ। ਚਲੋ ਮਤਲਬ ਤੁਹਾਡਾ ਦਾਵਾ ਹੈਗਾ ਕਿ ਲਿਵਰ ਦੇ ਮਰੀਜ਼ ਜਿਹੜੇ ਨੇ ਉਹ ਆਯੁਰਵੇਦਾ ਦੇ ਨਾਲ ਠੀਕ ਹੋ ਸਕਦੇ। ਹਾਂਜੀ। ਮੈਂ ਡਾਕਟਰ ਮਨਦੀਪ ਤੁਹਾਡੇ ਤੋਂ ਇਹ ਜ਼ਰੂਰ ਸਮਝਣਾ ਚਾਹਨਾ ਕਿ ਅੱਜ ਕੱਲ ਇੱਕ ਹੋਰ ਬਿਮਾਰੀ ਵੀ ਹੈਗੀ ਹੈ ਜਿਹੜੀ ਤੁਹਾਡੇ ਸਟੂਲ ਦੇ ਨਾਲ ਜੁੜੀ ਹੋਈ ਹੈ। ਬੜੇ ਸਾਰੇ ਲੋਕਾਂ ਨੂੰ ਇਹ ਬਿਮਾਰੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਪੇਟ ਹਮੇਸ਼ਾ ਖਰਾਬ ਰਹਿੰਦਾ ਹੈ, ਜਿਨ੍ਹਾਂ ਨੂੰ ਕਬਜ਼ ਰਹਿੰਦੀ ਹੈ, ਉਹ ਫਿਰ ਵੱਧ ਕੇ ਅੱਗੇ ਹੋਰ ਅਲਾਮਤਾਂ ਬਿਮਾਰੀਆਂ ਬਣਦੀਆਂ ਜਾਂਦੀਆਂ ਨੇ। ਉਸ ਬਾਰੇ ਵੀ ਦੱਸੋ ਕਿ ਆਯੁਰਵੇਦਾ ਦੇ ਵਿੱਚ ਸਟੀਕ ਇਲਾਜ ਹੈ ਉਹਦਾ? ਐਕਚੁਅਲੀ ਜਿਹੜੀ ਇਹ ਬਿਮਾਰੀ ਹੈ ਇਹਦਾ ਸਭ ਤੋਂ ਪਹਿਲਾਂ ਆਪਾਂ ਨੂੰ ਕਾਰਨ ਸਮਝਣਾ ਪੈਣਾ ਵੀ ਇਹ ਕਿਉਂ ਹੋ ਰਹੀ ਹੈ। ਕਿਉਂਕਿ ਜੇ ਤੇ ਕਿਸੇ ਨੂੰ ਲੈਟਰਿਨ ਦੇ ਰਸਤੇ ਬਲੱਡ ਆ ਰਿਹਾ ਹੈ, ਕਬਜ਼ ਰਹਿ ਰਹੀ ਹੈ, ਤਾਂ ਉਹਦੇ ਬਹੁਤ ਕਾਰਨ ਹੋ ਸਕਦੇ ਆ। ਪਰ ਆਪਣੇ ਲੋਕ ਕੀ ਕਰਦੇ ਆ, ਆਪਣੇ ਲੋਕ ਸਿਰਫ ਇੱਕੇ ਪਾਸੇ ਨੂੰ ਤੁਰ ਪੈਂਦੇ ਆ, ਬਵਾਸੀਰ ਹੋ ਗਈ ਜੀ। ਜਦ ਕਿ ਇਕੱਲਾ ਬਵਾਸੀਰ ਕਰਕੇ ਨਹੀਂ ਹੁੰਦਾ, ਉਹਦੇ ਕਰਕੇ ਕਈ ਵਾਰ ਉਹਨਾਂ ਨੂੰ ਜਾਨ ਤੋਂ ਵੀ ਹੱਥ ਧੋਣਾ ਪੈਂਦਾ, ਬਿਮਾਰੀ ਕੋਈ ਹੋਰ ਹੁੰਦੀ ਆ, ਸੋਚ ਕੇ ਬਵਾਸੀਰ ਦਾ ਇਲਾਜ ਕਰਾਈ ਜਾਂਦੇ ਆ ਤੇ ਉੱਥੇ ਹੀ ਖਤਮ ਹੋ ਜਾਂਦੇ ਆ। ਉਹ ਚੀਜ਼ ਖਰਾਬ ਕਰਦੀ ਹੈ। ਜਿਹੜਾ ਲੈਟਰਿਨ ਦੇ ਰਸਤੇੋਂ ਬਲੱਡ ਆਣਾ ਸਭ ਤੋਂ ਕਾਮਨ ਕੋਜ਼ ਇਹਦਾ ਇਹ ਹੋ ਸਕਦਾ ਵੀ ਹਾਂ ਬਵਾਸੀਰ ਵਾਲਾ ਲੈ ਲਓ, ਉਹ ਨਾਰਮਲ ਜਿਹਾ ਕੋਜ਼ ਆ ਵੀ ਕਬਜ਼ ਹੋਈ ਜੀ, ਜ਼ਖਮ ਹੋ ਗਏ, ਉਹਦੇ ਕਰਕੇ ਹੋਣ ਲੱਗ ਗਿਆ। ਪਰ ਇਹਦੇ ਨਾਲ ਹੀ ਜੁੜੀਆਂ ਬਹੁਤ ਚੀਜ਼ਾਂ ਨੇ, ਜਿਵੇਂ ਬੜੀ ਅੰਤੜੀ ਦੇ ਵਿੱਚ ਜ਼ਖਮ ਹੋ ਗਏ, ਉਹਨੂੰ ਕਹਿ ਦਿੰਦੇ ਆ ਅਲਸਰੇਟਿਵ ਕੋਲਾਈਟਿਸ। ਅੱਜ ਕੱਲ੍ਹ ਆਪਣੀ 20 ਤੋਂ ਲੈ ਕੇ 40-45 ਸਾਲ ਦੀ ਏਜ ਗਰੁੱਪ ਦਾ ਯੂਥ ਬਹੁਤ ਜ਼ਿਆਦਾ ਪੀੜਤ ਹੈ ਇਸ ਚੀਜ਼ ਤੋਂ। ਮੇਨ ਆਪਾਂ ਦੇਖ ਲਈਏ ਜਿਹੜੇ ਬੱਚੇ ਆਪਣੇ ਫੋਰਨ ਕੰਟਰੀਜ਼ 'ਚ ਗਏ ਹੋਏ ਆ, ਉਹ ਬਹੁਤ ਜ਼ਿਆਦਾ ਦੁਖੀ ਨੇ ਇਸ ਚੀਜ਼ ਤੋਂ। ਤਾਂ ਉਹ ਕੀ ਆ, ਉਹ ਬਹੁਤ ਖਤਰਨਾਕ ਬਿਮਾਰੀ ਹੈ। ਉਹਦਾ ਵੀ ਸਿੰਪਟਮ ਇਹੀ ਦਿਖਣਾ ਹੈ ਵੀ ਲੈਟਰਿਨ 'ਚ ਬਲੱਡ ਆ ਰਿਹਾ, ਉਹ ਬਵਾਸੀਰ ਸੋਚੀ ਜਾਂਦੇ ਹੋਰ ਕੁਝ ਨਹੀਂ ਸੋਚਦੇ। ਪਰ ਜਦ ਤੱਕ ਉਹਦਾ ਸਟੀਕ ਨਹੀਂ ਪਤਾ ਲੱਗਦਾ ਤਾਂ ਉਹਦਾ ਇਲਾਜ ਦੇ ਟਾਈਮ ਉਹਦੇ ਲਈ ਵੀ ਤੁਸੀਂ ਪਹਿਲਾਂ ਟੈਸਟ ਰეკਮੈਂਡ ਕਰਦੇ ਹੋ? ਹਾਂਜੀ, ਉਹਦੇ ਲਈ ਪਹਿਲਾਂ ਆਪਾਂ ਨੂੰ ਕਲੋਨੋਸਕੋਪੀ ਵਗੈਰਾ ਕਰਾਉਣੀ ਪੈਂਦੀ ਆ, ਅੰਤੜੀ ਨੂੰ ਅੰਦਰੋਂ ਦੇਖਣਾ ਪੈਂਦਾ ਕੈਮਰੇ ਦੇ ਨਾਲ, ਸਭ ਪਤਾ ਲੱਗਦਾ ਵੀ ਹਾਂ ਅੰਦਰ ਜ਼ਖਮ ਨੇ, ਫਿਰ ਉਸ ਚੀਜ਼ ਦਾ ਇਲਾਜ ਹੁੰਦਾ। ਤੇ ਇਲਾਜ ਉਹਦਾ ਵੀ ਸੰਭਵ ਆ, ਅਸੀਂ ਬਹੁਤ ਸਾਰੇ ਪੇਸ਼ੈਂਟ ਆ ਜਿਨ੍ਹਾਂ ਦਾ ਕਰ ਚੁੱਕੇ ਆ, ਪਰ ਉਹਦਾ ਮੇਨ ਇਹੀ ਆ ਵੀ ਉਹਦਾ ਪਤਾ ਲੱਗੇ। ਇਸੇ ਤਰ੍ਹਾਂ ਬਵਾਸੀਰ ਹੋ ਗਈ, ਅਲਸਰੇਟਿਵ ਕੋਲਾਈਟਿਸ ਹੋ ਗਿਆ, ਇਹਦੇ ਨਾਲ ਮਿਲਦੀ ਜੁਲਦੀ ਬਿਮਾਰੀ ਏਨਲ ਫਿਸ਼ਰਸ ਹੋ ਗਏ। ਏਨਲ ਫਿਸ਼ਰਸ 'ਚ ਬੀਬੀਆਂ ਆਪਣੀਆਂ ਭੈਣਾਂ ਉਹ ਡਿਲੀਵਰੀ ਤੋਂ ਬਾਅਦ ਬਹੁਤ ਜ਼ਿਆਦਾ ਕਾਮਨ ਪੀੜਤ ਹੋ ਜਾਂਦੀਆਂ ਏਨਲ ਫਿਸ਼ਰਸ ਦੇ ਨਾਲ। ਤੇ ਇਸੇ ਤਰ੍ਹਾਂ ਭਗੰਦਰ ਹੋ ਗਈ, ਇਹ ਚੀਜ਼ਾਂ ਹੋ ਗਈਆਂ। ਇਹ ਆ ਗਈਆਂ ਨੀਚੇ ਵਾਲੇ ਰਸਤੇ 'ਚੋਂ ਬਲੱਡ ਆਉਣ ਨਾਲ। ਕਈ ਵਾਰ ਖੂਨ ਦੀ ਉਲਟੀ ਆਉਂਦੀ ਆ, ਉਹ ਲਿਵਰ ਨਾਲ ਸੰਬੰਧਿਤ ਹੁੰਦੀ ਆ। ਉਹ ਫੂਡ ਪਾਈਪ ਹੁੰਦੀ ਆ ਜਿਹੜੀ ਆਪਣੀ ਉੱਤੇ ਪੇਟ ਤੋਂ ਮੈਦੇ ਤੱਕ, ਮੂੰਹ ਤੋਂ ਮੈਦੇ ਤੱਕ ਜਾਂਦੀ ਆ, ਉਸ ਦੇ ਵਿੱਚ ਜ਼ਖਮ ਹੋ ਜਾਂਦੇ ਆ, ਉਹਦਾ ਵੀ ਇਲਾਜ ਸੰਭਵ ਆ। ਤਾਂ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਬਲੱਡ ਨਾਲ ਰਿਲੇਟਡ ਨੇ, ਇਹਨਾਂ ਦਾ ਧਿਆਨ ਜ਼ਰੂਰ ਦੇਣਾ ਚਾਹੀਦਾ। ਕਿਉਂਕਿ ਮੇਰੇ ਹਿਸਾਬ ਨਾਲ ਅੱਜ ਕੱਲ੍ਹ ਪੰਜਾਬ 'ਚ ਆਪਾਂ ਜੇ ਦੇਖੀਏ 10 ਚੋਂ 2 ਬੰਦੇ ਇਸ ਚੀਜ਼ ਨਾਲ ਪੀੜਤ ਹੈਗੇ ਹੀ ਹੈਗੇ ਨੇ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਗੱਲ ਦੱਸੋ, ਜੇ ਕਿਉਂਕਿ ਸਾਡਾ ਜਿਹੜਾ ਇਹ ਸ਼ੋਅ ਚੱਲ ਰਿਹਾ ਯੂਐਸ, ਪੂਰੇ ਯੂਐਸ, ਨਾਰਥ ਅਮਰੀਕਾ ਦੇ ਵਿੱਚ ਚੱਲ ਰਿਹਾ, ਕੈਨੇਡਾ ਦੇ ਵਿੱਚ ਵੀ ਚੱਲ ਰਿਹਾ, ਉੱਥੇ ਵੀ ਬਹੁਤ ਸਾਰੇ ਪੇਸ਼ੈਂਟਸ ਨੇ ਤੁਹਾਡੇ ਤੱਕ ਸੰਪਰਕ ਕਰਦੇ ਨੇ। ਜੇਕਰ ਉਹ ਆਪਣੀ ਕਿਸੇ ਬਿਮਾਰੀ ਦਾ ਇਲਾਜ ਕਰਾਉਣਾ ਚਾਹਣਗੇ, ਫਿਜ਼ੀਕਲੀ ਉਹ ਨਹੀਂ ਆ ਪਾਣਗੇ ਇੰਡੀਆ, ਤਾਂ ਕਿਵੇਂ ਸੰਭਵ ਹੋਏਗਾ? ਕਿਵੇਂ ਤੁਸੀਂ ਉਹਨਾਂ ਦੀ ਬਿਮਾਰੀ ਚੈੱਕ ਕਰ ਪਾਓਗੇ ਜਾਂ ਦੇਖ ਪਾਓਗੇ? ਐਕਚੁਅਲੀ ਮੇਨ ਸਭ ਤੋਂ ਸਹੀ ਕੁਐਸਚਨ ਪੁੱਛਿਆ ਤੁਸੀਂ। ਮੇਨ ਕੀ ਹੁੰਦਾ, ਉਹ ਸਾਨੂੰ ਕਾਲ ਕਰਦੇ ਆ ਬੇਸਿਕਲੀ ਜਿਹੜੇ NRI ਵੀਰ ਭਰਾ ਨੇ। ਉਹਨਾਂ ਨੂੰ ਇਹ ਹੁੰਦਾ ਵੀ ਉੱਥੇ ਡਾਕਟਰ, ਜਿਵੇਂ ਉਹਨਾਂ ਨੂੰ ਫੈਮਿਲੀ ਡਾਕਟਰ ਰਿਕਮੈਂਡ ਕੀਤੇ ਹੋਏ ਆ, ਉਹ ਜਾਂਦੇ ਆ, ਉਹ ਬਿਮਾਰੀ ਦੱਸ ਦਿੰਦੇ ਆ, ਸਮਝਾ ਦਿੰਦੇ ਆ, ਇੱਥੇ ਕਾਲ ਕਰਦੇ ਆ, ਜਿਸ ਕਰਕੇ ਉਹਨਾਂ ਦਾ ਇਲਾਜ ਨਹੀਂ ਸਹੀ ਹੋ ਪਾਉਂਦਾ। ਮੇਨ ਕੀ ਆ, ਉਹਨਾਂ ਦੇ ਮਨ 'ਚ ਇੱਕ ਵਹਿਮ ਆ ਵੀ ਡਾਕਟਰ ਉਹਨਾਂ ਨੂੰ ਰਿਪੋਰਟਸ ਨਹੀਂ ਦਿੰਦੇ ਉੱਧਰ। ਪਰ ਜੇ ਉਹ ਆਪਣੇ ਡਾਕਟਰ ਦੇ ਕੋਲ ਜਾਣਗੇ, ਡਾਕਟਰ ਨੂੰ ਕਹਿਣਗੇ ਵੀ ਮੈਨੂੰ ਮੇਰੀ ਕੇਸ ਸਮਰੀ ਦੇ ਦਿਓ, ਉਹ ਕੇਸ ਸਮਰੀ ਸਾਡੇ ਕੋਲ ਭੇਜਣ, ਸਿੱਧਾ ਫੋਨ ਕਰਨ ਦੀ ਬਜਾਏ। ਕੇਸ ਸਮਰੀ ਦੇ ਵਿੱਚ ਉਹਨਾਂ ਦੀ ਪ੍ਰੋਪਰ ਡਿਟੇਲ ਆਉਂਦੀ ਆ, ਹਰ ਇੱਕ ਡਾਕਟਰ ਲਿਖ ਕੇ ਦਿੰਦਾ, ਉਹ ਈਜ਼ੀਲੀ ਉਹਨਾਂ ਨੂੰ ਮਿਲ ਜਾਂਦੀ ਆ। ਤਾਂ ਇਸ ਦੇ ਲਈ ਰਿਕੁਐਸਟ ਕਰਨ ਉਹ ਡਾਕਟਰ ਨੂੰ, ਫਿਰ ਉਹ ਸਾਡੇ ਕੋਲ ਭੇਜਣ,
ਤਾਂ ਉਹ ਅਸੀਂ ਕੇਸ ਸਮਰੀ ਦੇਖ ਕੇ ਉਹ 'ਚ ਸਾਰੀ ਉਹਦੀ ਡਿਟੇਲ ਦੇਖ ਕੇ ਫਿਰ ਉਹਦੀ ਮੈਡੀਸਿਨ ਭੇਜ ਦਿੰਦੇ ਹਾਂ। ਇਹ ਬਹੁਤ ਚੰਗੀ ਗੱਲ ਡਾਕਟਰ ਸਾਹਿਬ ਨੇ ਦੱਸੀ ਹੈ ਕਿ ਕਈ ਵਾਰੀ ਇਹ ਹੁੰਦਾ ਕਿ ਡਾਕਟਰ ਜਿਹੜੇ ਨੇ ਜਾਂ ਵੱਡੇ ਵੱਡੇ ਹਸਪੀਟਲਸ ਨੇ ਉਹ ਫਾਈਲਸ ਸ਼ੇਅਰ ਨਹੀਂ ਕਰਦੇ। ਉਹਨਾਂ ਨੂੰ ਹੁੰਦਾ ਹੈ ਕਿ ਕਿਸੇ ਹੋਰ ਹਸਪੀਟਲ ਦੇ ਵਿੱਚ ਜਾਂ ਕਿਸੇ ਹੋਰ ਡਾਕਟਰ ਦੇ ਕੋਲ ਟ੍ਰੀਟਮੈਂਟ ਨਾ ਕਰਾਉਣ ਜਾਵੇ ਤਾਂ ਕੇਸ ਸਮਰੀ ਲੈ ਕੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਆਪਣੀ ਕੇਸ ਸਮਰੀ ਇਹਨਾਂ ਨੂੰ ਭੇਜ ਸਕਦੇ ਹੋ, ਜਿਸ ਤੋਂ ਬਾਅਦ ਇਹ ਟ੍ਰੀਟਮੈਂਟ ਸ਼ੁਰੂ ਹੋ ਸਕਦਾ। ਇੱਕ ਛੋਟੀ ਜਿਹੀ ਗੱਲ, ਕੀ ਮੈਡੀਸਨ ਤੁਸੀਂ ਕੁਰੀਅਰ ਕਰਦੇ ਹੋ? ਹਾਂਜੀ, ਮੈਡੀਸਿਨ ਅਸੀਂ ਕੋਰੀਅਰ ਕਰ ਦਿੰਦੇ ਹਾਂ। ਜਿਵੇਂ ਅਮਰੀਕਾ, ਕੈਨੇਡਾ ਆ 7 ਤੋਂ 10 ਦਿਨ ਦੇ ਵਿੱਚ ਮੈਡੀਸਿਨ ਪਹੁੰਚ ਜਾਂਦੀ ਹੈ। UK ਵਗੈਰਾ ਯੂਰਪ 'ਚ 5-6 ਦਿਨ 'ਚ ਮੈਡੀਸਿਨ ਪਹੁੰਚ ਜਾਂਦੀ ਹੈ। ਚਲੋ ਠੀਕ ਹੈ, ਕਿਉਂਕਿ ਇਹ ਸਾਡਾ ਸ਼ੋ US ਕੈਨੇਡਾ ਦੇ ਵਿੱਚ ਵੀ ਚੱਲ ਰਿਹਾ ਹੈ। ਉੱਥੋਂ ਦੇ ਦਰਸ਼ਕ ਵੀ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਤੋਂ ਗ੍ਰਸਤ ਨੇ, ਪੀੜਤ ਨੇ, ਆਯੁਰਵੇਦਾ ਤੇ ਵਿਸ਼ਵਾਸ ਹੈ ਉਹਨਾਂ ਨੂੰ, ਆਯੁਰਵੇਦਾ ਦੀ ਦਵਾਈ ਲੈਣਾ ਚਾਹੁੰਦੇ ਨੇ ਤਾਂ ਉਹ ਸੰਪਰਕ ਕਰ ਸਕਦੇ ਨੇ। ਇੱਕ ਗੱਲ ਹੋਰ ਖਾਸ ਤੌਰ ਤੇ ਵੈਦ ਸਾਹਿਬ ਮੈਂ ਇਹ ਸਮਝਣਾ ਚਾਹੁੰਦਾ, ਮੈਂ ਇੱਕ ਤੁਹਾਡੀ ਇੰਟਰਵਿਊ ਕਿਸੇ ਚੈਨਲ ਤੇ ਦੇਖੀ ਵੀ ਸੀ, ਜਿਹੜਾ ਉਹ ਦਾਵਾ ਤੁਹਾਡਾ ਹੈਗਾ ਉਹ ਐਲੋਪੈਥੀ ਦੇ ਬਿਲਕੁਲ ਉਲਟ ਹੈਗਾ। ਉਹ ਹੈਗਾ ਪਿੱਤੇ ਦੀ ਪੱਥਰੀ ਦਾ। ਡਾਕਟਰ ਇਹ ਕਹਿੰਦੇ ਨੇ ਐਲੋਪੈਥੀ ਦੇ ਕਿ ਪਿੱਥਾ ਜਿਹੜਾ ਹੈ ਉਹ ਇੱਕ ਅਜਿਹੀ ਗੱਠ ਹੈ ਜਿਹੜੀ ਕਦੇ ਖੁੱਲ ਨਹੀਂ ਸਕਦੀ। ਉਹ ਫਿਰ ਪੱਥਰੀ ਕਿਵੇਂ ਨਿਕਲੇਗੀ? ਉਹ ਕਹਿੰਦੇ ਕਿ ਪਿੱਤਾ ਕੱਢ ਕੇ ਹੀ, ਗੋਲ ਬਲੈਡਰ ਕੱਢ ਕੇ ਹੀ ਉਹਦਾ ਇਲਾਜ ਹੈ, ਹੋਰ ਕੋਈ ਇਲਾਜ ਹੈ ਹੀ ਨਹੀਂ ਹੈ। ਕੋਈ ਮਰਜ਼ੀ ਦਵਾਈ ਲੈ ਲਓ, ਉਹ ਪੱਥਰੀ ਠੀਕ ਨਹੀਂ ਹੋ ਸਕਦੀ। ਦੇਖੋ, ਜਿਹੜੀ ਚੀਜ਼ ਕੋਈ ਬੰਦ ਆ ਉਹ ਕੰਮ ਵਰਕ ਕਿਵੇਂ ਕਰੂਗੀ ਜੀ? ਉਹ ਜਿਹੜਾ ਪਿੱਤਾ ਏ ਇਹ ਆਪਣੇ ਸਰੀਰ ਦਾ ਬਹੁਤ ਮੇਨ ਅੰਗ ਹੈ। ਪਿੱਤੇ ਵਿੱਚੋਂ ਰਸ ਨਿਕਲ ਕੇ 2-3 ਤੋਕੇ ਖਾਣੇ ਤੇ ਗਿਰਦੇ ਨੇ ਜੀ। ਖਾਣਾ ਤਾਂ ਹਜਮ ਹੁੰਦਾ ਜੀ। ਇਹ ਜੇ ਤੁਸੀਂ ਪਿੱਤਾ ਕਢਾ ਲਓਗੇ ਤਾਂ ਤੁਸੀਂ ਜ਼ਿੰਦਗੀ ਭਰ ਦੇ ਰੋਗੀ ਹੋ ਜਾਓਗੇ। ਤੁਹਾਨੂੰ ਪ੍ਰੋਪਰ ਖਾਣਾ ਹਜਮ ਨਹੀਂ ਹੋਣਾ, ਤੁਸੀਂ ਕੋਈ ਭਾਰੀ ਚੀਜ਼ ਨਹੀਂ ਖਾ ਸਕਦੇ ਹੈਗੇ ਜੀ। ਇਹ ਜੇ ਕੋਈ ਚੀਜ਼ ਬੰਦ ਪਈ ਉਹ ਵਰਕ ਕਿਵੇਂ ਕਰੂਗੀ ਜੀ? ਉਹ ਨਹੀਂ ਤਾਂ ਫਿਰ ਆਯੁਰਵੇਦਾ 'ਚ ਇਲਾਜ ਹੈ ਪਿੱਤੇ ਦੀ? ਬਿਲਕੁਲ ਜੀ, ਹੈ ਨਾ। ਅਸੀਂ ਜਿੱਡੀ ਮਰਜ਼ੀ ਪੱਥਰੀ ਆ ਜੀ, ਅਸੀਂ ਸਾਰੀ ਪੱਥਰੀ ਕੱਢਦੇ ਹਾਂ ਜੀ ਪਿੱਤੇ ਦੀ। ਹਾਂਜੀ, ਚਲੋ ਗੁਰਦੇ ਦਾ ਹਰੇ ਕੱਢ ਦਿੰਦਾ ਜੀ, ਅਸੀਂ ਪਿੱਤੇ ਦੀ ਪੱਥਰੀ ਵੀ ਕੱਢਦੇ ਹਾਂ ਜੀ। ਤੁਹਾਡੇ ਕੋਲ ਪੇਸ਼ੈਂਟ ਆਉਂਦੇ ਪਿੱਤੇ ਦੀ ਪੱਥਰੀ? ਬਹੁਤ ਹੀ ਜ਼ਿਆਦਾ ਜੀ, ਬਹੁਤ ਜ਼ਿਆਦਾ ਗਿਣਤੀ ਦਾ ਕੋਈ ਹਿਸਾਬ ਤਾਂ ਨਹੀਂ ਹੈਗਾ ਜੀ। ਚਲੋ ਇਹ ਇਹਨਾਂ ਦਾ ਦਾਵਾ ਹੈਗਾ ਵੈਦ ਸਾਹਿਬ ਦਾ ਕਿ ਪਿੱਤੇ ਦੀ ਪੱਥਰੀ ਦਾ ਜਿਹੜਾ ਇਲਾਜ ਵੀ ਕੀਤਾ ਜਾਂਦਾ। ਡਾਕਟਰ ਦੀਕਸ਼ਾ, ਇਹ ਸਮਝਣਾ ਬੜਾ ਜ਼ਰੂਰੀ ਹੈ ਕਿਉਂਕਿ ਪੇਟ ਦਰਦ ਹੋਇਆ ਤਾਂ ਉਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਪਿੱਤੇ ਦੀ ਪੱਥਰੀ ਦਾ ਪਤਾ ਕਿਵੇਂ ਲੱਗਦਾ? ਸਿੰਪਟਮਸ ਕੀ ਨੇ ਇਹਦੇ? ਕਈਆਂ ਨੂੰ ਪੇਟ ਦਰਦ ਹੁੰਦਾ ਹੈ। ਦਰਦ ਦੇ ਨਾਲ ਬੇਸਿਕਲੀ ਉਹਨਾਂ ਨੂੰ ਕੀ ਹੁੰਦਾ ਹੈ ਕਿ ਵੋਮਿਟ ਫੀਲ ਹੁੰਦੀ ਹੈ ਕਿ ਮੈਨੂੰ ਵੋਮਿਟ ਆ ਰਹੀ ਹੈ। ਕਈਆਂ ਨੂੰ ਵੋਮਿਟਿੰਗ ਬਹੁਤ, ਕਈਆਂ ਨੂੰ ਪੇਨ, ਇੰਨੀ ਸਵੀਅਰ ਪੇਨ ਹੁੰਦੀ ਹੈ ਕਿ ਉਹ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ। ਤਾਂ ਇਹ ਜ਼ਰੂਰੀ ਨਹੀਂ ਹੈ ਵੀ ਪੱਥਰੀ ਹੋਵੇ, ਹੋ ਸਕਦਾ ਉਹਨਾਂ ਦੇ ਕੋਈ ਲਿਵਰ ਦੀ ਕੋਈ ਪ੍ਰੋਬਲਮ ਹੋਵੇ, ਪਰ ਜਦ ਤੱਕ ਤੁਸੀਂ ਅਲਟਰਾਸਾਊਂਡ ਨਹੀਂ ਕਰਵਾਇਆ, ਜਦ ਤੱਕ ਤੁਸੀਂ ਚੈੱਕ ਨਹੀਂ ਕਰਵਾਇਆ ਤਾਂ ਤੁਸੀਂ ਸ਼ੋਰ ਨਹੀਂ ਹੋ ਸਕਦੇ ਵੀ ਕੀ ਚੀਜ਼ ਆ। ਤਾਂ ਐਟਲੀਸਟ ਕੋਈ ਵੀ ਦਿੱਕਤ ਆਂਦੀ ਹੈ ਤੁਸੀਂ ਆਪਣੇ ਟੈਸਟ ਕਰਵਾਓ, ਸਾਰਾ ਕੁਝ ਕਰਵਾਓ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਦਿੱਕਤ ਕੀ ਆ। ਕੋਈ ਪਾਰਟਿਕੂਲਰ ਇਹ ਵੀ ਹੈ ਕਿ ਇੰਨੇ ਸਾਈਜ਼ ਦੀ ਪੱਥਰੀ ਹੋਏਗੀ ਤਾਂ ਹੀ ਨਿਕਲੇਗੀ ਜਾਂ ਹਰ ਸਾਈਜ਼ ਦੀ ਪੱਥਰੀ ਨਿਕਲ ਜਾਂਦੀ ਹੈ? ਹਰ ਸਾਈਜ਼ ਦੀ ਪੱਥਰੀ ਨਿਕਲ ਜਾਂਦੀ ਹੈ, ਜਿੰਨਾ ਮਰਜ਼ੀ ਵੱਡਾ ਸਾਈਜ਼ ਹੋਵੇ ਜੀ। ਆਮ ਤੌਰ ਤੇ ਲੋਕ ਨਾ ਆਯੁਰਵੇਦਾ ਨੂੰ ਇੱਕ ਚਮਤਕਾਰ ਵਜੋਂ ਲੈਂਦੇ ਨੇ ਕਿ ਇਹ ਪਤਾ ਨਹੀਂ ਕਿਹੜੀ ਅਜਿਹੀ ਜੜੀ ਬੂਟੀ ਸਾਨੂੰ ਦੇ ਦੇਣਗੇ ਜਿਹੜੇ ਰਾਤੋਂ ਰਾਤ ਠੀਕ ਹੋ ਜਾਣਗੇ। ਉਹਦੇ ਬਾਰੇ ਥੋੜਾ ਜਿਹਾ ਜਾਣਨਾ ਪਾਓ ਕਿ ਜਿਹੜਾ ਪੇਸ਼ੈਂਟ ਹੈ, ਇੱਕ ਤਾਂ ਮੈਨੂੰ ਲੱਗਦਾ ਕਿ ਜਦੋਂ ਵੀ ਪੇਸ਼ੈਂਟ ਆਵੇ ਇੱਕ ਉਹਦੇ ਅੰਦਰ ਉਮੀਦ ਜ਼ਰੂਰ ਹੋਣੀ ਚਾਹੀਦੀ ਹੈ, ਸ਼ੰਕੇ ਨਹੀਂ ਹੋਣੇ ਚਾਹੀਦੇ। ਤੁਹਾਨੂੰ ਲੱਗਦਾ ਕਿਉਂਕਿ ਜਿਹੜੀ ਐਲੋਪੈਥੀ ਇਹ ਵਿਸ਼ਵਾਸ ਦੀ ਦਵਾਈ ਹੈ ਨਹੀਂ। ਐਲੋਪੈਥੀ ਐ ਵੀ ਹੈ, ਹੁਣ ਇੱਕ ਬਿਮਾਰੀ ਹੈ ਸੰਗ ਰਹਿਣੀ ਜੀ, ਉਹਦਾ ਨਾਂ ਹੀ ਸੰਗ ਰਹਿਣੀ, ਵੀ ਤੇਰੇ ਨਾਲ ਹੀ ਰਹਿਣੀ ਹੈ ਜੀ। ਇਹ ਜੋ ਵੀ ਇਨਸਾਨ ਖਾਊਗਾ ਜੀ 2-4 ਮਿੰਟ ਬਾਅਦ ਉੱਕਣੇ ਬਾਹਰ ਨਿਕਲ ਜਾਣਾ ਜੀ। ਯਾਨੀ ਸਵੇਰ ਤੋਂ ਸ਼ਾਮ ਤੱਕ ਘੱਟੋ ਘੱਟ 100 ਵਾਰ ਲੈਟਰਿਨ ਜਾਊਗਾ। ਉੱਥੇ ਫਿਰ ਇਹ ਵੀ ਨਾਲ ਆ ਵੀ ਅੱਜ ਦਵਾਈ ਦੇਵਾਂਗੇ ਸਵੇਰ ਠੀਕ ਹੋਊਗਾ ਬੰਦਾ। ਅੱਜ ਵੈਦ ਦੇ ਵਿੱਚ ਆਪਾਂ ਅੱਜ ਦਵਾਈ ਦੇਵਾਂਗੇ ਸਵੇਰ ਠੀਕ ਹੋਊਗਾ ਜੀ। ਇਹ ਐਕਚੁਅਲੀ ਆਂਤੜੀਆਂ ਦੇ ਨਾਲ ਸੰਬੰਧਿਤ ਆ ਗਈ। ਪਹਿਲਾਂ ਆਪਾਂ ਗੱਲ ਕੀਤੀ ਸੀ ਅਲਸਰੇਟਿਵ ਕੋਲਾਈਟਿਸ ਦੀ। ਅਲਸਰੇਟਿਵ ਕੋਲਾਈਟਿਸ ਤੇ ਸੰਗ੍ਰਹਿਣੀ 'ਚ ਬਹੁਤ ਲੋਕ ਕਨਫਿਊਜ਼ ਰਹਿੰਦੇ ਆ। ਹਾਂਜੀ, ਅਲਸਰੇਟਿਵ ਕੋਲਾਈਟਿਸ ਐਲੋਪੈਥੀ ਦੇ ਅਕੋਰਡਿੰਗ, ਪਰ ਜਿਹੜਾ ਸੰਗ੍ਰਹਿਣੀ ਆ ਉਹ IBS ਆ, ਇਰੀਟੇਬਲ ਬਾਵਲ ਸਿੰਡਰੋਮ। ਤਾਂ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ। ਜਿਹੜੀ ਸੰਗ੍ਰਹਿਣੀ ਹੈ, ਸੰਗ੍ਰਹਿਣੀ 'ਚ ਬਲੱਡ ਨਹੀਂ ਆਏਗਾ। ਹਾਂ, ਉਹ 'ਚ ਬਲੱਡ ਨਹੀਂ ਆਉਂਦਾ। ਅਲਸਰੇਟਿਵ ਕੋਲਾਈਟਿਸ 'ਚ ਬਲੱਡ ਆਏਗਾ। ਅਲਸਰੇਟਿਵ ਕੋਲਾਈਟਿਸ 'ਚ ਤੁਹਾਡਾ ਸਟੂਲ ਪਾਸ ਕਰਨ ਦੀ ਫ੍ਰੀਕੁਐਂਸੀ ਘੱਟ ਵੀ ਸਕਦੀ ਹੈ, 10 ਵਾਰ 12 ਵਾਰ ਵੀ ਹੋ ਸਕਦੀ ਹੈ। ਪਰ ਜਿਹੜੀ ਸੰਗ੍ਰਹਿਣੀ ਆ IBS ਆ, ਉਹ 'ਚ ਤਾਂ ਤੁਹਾਨੂੰ ਗਿਣਤੀ ਨਹੀਂ ਹੋਏਗੀ ਤੁਸੀਂ ਕਿੰਨੀ ਵਾਰ ਲੈਟਰਿਨ ਦੇ ਲਈ ਜਾ ਰਹੇ ਹੋ। ਤੇ ਉਹਦਾ ਸਟੀਕ ਇਲਾਜ ਆਯੁਰਵੇਦਾ 'ਚ ਹੈ। ਮੈਂ ਕਿਹਾ ਜੀ ਬਿਲਕੁਲ ਅੱਜ ਦਵਾਈ ਦੇਵਾਂਗੇ ਸਵੇਰ ਠੀਕ ਹੋਊਗਾ ਜੀ। ਉਹ ਇਹ ਵੀ ਚਮਤਕਾਰ ਨਹੀਂ ਹੈਗਾ ਜੀ, ਇਹ ਵੀ ਮੈਡੀਸਨ ਹੈ ਜੀ, ਮੈਡੀਸਿਨ। ਅੱਛਾ ਪੰਨੂ ਸਾਹਿਬ, ਬੜੇ ਸਾਰੇ ਲੋਕ ਤੁਹਾਨੂੰ ਫੋਨ ਕਰਕੇ ਜ਼ਰੂਰ ਮਨ ਦੇ ਸ਼ੰਕੇ ਤਾਂ ਉਹਨਾਂ ਦੇ ਹੁੰਦੇ ਹੀ ਹੋਣੇ ਆ ਕਿ ਅਸੀਂ ਠੀਕ ਹੋ ਜਾਾਂਗੇ ਕਿ ਨਹੀਂ ਹੋਵਾਂਗੇ, ਫਿਰ ਤਸੱਲੀ ਕਿਵੇਂ ਕਰਾਉਂਦੇ ਹੋ ਉਹਨਾਂ ਦੀ ਤੁਸੀਂ? ਤਸੱਲੀ ਤਾਂ ਹੁਣ ਮੈਡੀਸਨ ਵਾਲੇ ਕਰਾਉਂਦੇ। ਸਾਡੇ ਬਹੁਤੇ ਮਰੀਜ਼ ਜਿਹੜੇ ਠੀਕ ਹੋਣ ਤੋਂ ਬਾਅਦ ਹੋਰ ਉਹਨਾਂ ਨੂੰ ਦੱਸਦੇ ਨੇ ਸਾਡੀ ਬਹੁਤ ਗਿਣਤੀ ਉਹ ਵੱਧ ਆ ਜੀ। ਸਾਨੂੰ ਇਸ ਕਰਕੇ ਥੋੜਾ ਜਿਹਾ ਸੌਖਾ ਹੁੰਦਾ ਏ ਵੀ ਜਦੋਂ ਉਸ ਮਰੀਜ਼ ਨੂੰ ਤਸੱਲੀ ਕਰਾਈ ਹੁੰਦੀ ਆ। ਤੁਹਾਡੇ ਕੋਲ ਐਗਜ਼ਾਮਪਲਸ ਨੇ? ਹਾਂ, ਸਾਡੇ ਕੋਲ ਸਭ ਤੋਂ ਵੱਧ ਮਰੀਜ਼, ਉਸ ਕਰਕੇ ਸਾਨੂੰ ਥੋੜੀ ਜਿਹੀ ਸਾਡੀ ਜਗ੍ਹਾ ਤੇ ਸਾਡੇ ਜਿਹੜੇ ਮਰੀਜ਼ ਠੀਕ ਹੋਏ ਨੇ ਉਹੀ ਲੋਕਾਂ ਦੇ ਸ਼ੰਕੇ ਦੂਰ ਕਰ ਦਿੰਦੇ ਨੇ ਜੀ। ਉਹ ਤੇ ਸਾਡੇ ਕੋਲ ਬਹੁਤ ਗਿਣਤੀ 'ਚ ਇਹੋ ਜਿਹੇ ਪੇਸ਼ੈਂਟ ਆ, ਜਿਵੇਂ ਡਾਕਟਰ ਤੁਹਾਨੂੰ ਆ, ਤੁਸੀਂ ਡਾਕਟਰ ਕੋਲ ਗਏ, ਉਹ ਦਵਾਈ ਦੇ ਦੇਗਾ, ਚਾਹੇ ਆਯੁਰਵੇਦ ਵਾਲੇ ਵੀ ਹੋਣਗੇ ਜਿਹੜੇ ਦਵਾਈ ਦੇ ਦੇਣਗੇ, ਜਾਓ ਜੀ ਘਰੇ ਖਾਇਓ।
ਅਸੀਂ ਕਈ ਦਵਾਈਆਂ ਤਾਂ ਸਾਡੀਆਂ ਇਹੋ ਜਿਹੀਆਂ ਆ, ਪੇਸ਼ੈਂਟ ਸਾਨੂੰ ਚੈੱਕ ਕਰਾਉਣ ਆਉਂਦਾ ਸੀ, ਉਸ ਟਾਈਮ ਵੀ ਖਿਲਾ ਕੇ ਉਹਨਾਂ ਨੂੰ 15 ਮਿੰਟ 'ਚ ਰਿਜ਼ਲਟ ਦਿਖਾ ਦਿੰਦੇ ਆ ਵੀ ਆ ਬੈਠੋ ਜੀ, ਖਾਓ ਦਵਾਈ ਆ ਦੇਣੀ ਆ, ਤੇ ਉਹ ਤੋਂ ਬਾਅਦ ਸਾਨੂੰ 15 ਮਿੰਟ ਬਾਅਦ ਦੱਸਿਓ। ਪਰ ਨਹੀਂ, ਸਾਡੀ ਦਵਾਈ ਬਹੁਤ ਛੇਤੀ ਅਸਰ ਕਰਦੀ ਹੈ ਜੀ, ਸਾਨੂੰ ਵੈਸੇ ਤਾਂ ਸਾਨੂੰ ਪਤਾ ਨਹੀਂ ਹੈਗਾ ਜੀ। ਲੀਵਰ ਦੀ ਦਵਾਈ ਆ, ਲੀਵਰ ਦੀ ਦਵਾਈ ਆ, ਕੋਈ ਗੈਸ ਤੇਜ਼ਾਬ ਵਾਲਾ ਆ, ਉਹਨੂੰ ਅਸੀਂ ਬੈਠ ਕੇ ਖਿਲਾ ਦਿੰਦੇ ਆ, ਮੁੜ ਕੇ ਸਾਡੇ ਕੋਲ ਲੰਗਰ ਵੀ ਛਕ ਕੇ ਜਾਂਦਾ ਵੀ ਯਾਰ ਇੰਨੀ ਛੇਤੀ ਮੈਂ ਨਹੀਂ ਕਦੇ ਸੈੱਟ ਹੋਇਆ, ਅੱਜ ਲੰਗਰ ਵੀ ਛਕ ਲਿਆ। ਕਿਆ ਬਾਤ ਹੈ। ਡਾਕਟਰ ਦੀਕਸ਼ਾ, ਕੇਸ ਸਟੱਡੀਜ਼ ਵੀ ਤੁਸੀਂ ਕਰਦੇ ਹੋ? ਮਤਲਬ ਜੇ ਕਿਸੇ ਨੂੰ ਦਵਾਈ ਦੇਤੀ ਫਿਰ ਉਹਦਾ ਕੇਸ ਸਟੱਡੀ ਕਰਦੇ ਹੋ ਕਿ ਕਿੰਨਾ ਅਸਰ ਹੋਇਆ, ਕਿੰਨਾ ਕੁ ਫਰਕ ਪਿਆ, ਕਿਵੇਂ ਫਰਕ ਪਿਆ? ਹਾਂ, ਅਸੀਂ ਸਾਰਾ ਰਿਕਾਰਡ ਮੇਨਟੇਨ ਕਰਦੇ ਹਾਂ ਪੇਸ਼ੈਂਟ ਦਾ, ਤਾਂ ਕਿ ਸਾਨੂੰ ਪਤਾ ਲੱਗਦਾ ਰਹੇ, ਕਿਉਂਕਿ ਕਈ ਪੇਸ਼ੈਂਟ ਹੈ ਜਿਨ੍ਹਾਂ ਨੂੰ ਅਸੀਂ 5 ਦਿਨ ਦੀ ਦਵਾਈ ਦਿੰਨੇ ਆ, 10 ਦਿਨ ਦੀ ਦਵਾਈ ਦਿੰਨੇ ਆ, ਦੇਖਦੇ ਆ ਪਹਿਲਾਂ ਕਿ ਕੰਡੀਸ਼ਨ ਕਿਵੇਂ ਹੈ, ਅਕੋਰਡਿੰਗਲੀ ਅਸੀਂ ਦਵਾਈ ਦਿੰਨੇ ਆ। ਦਵਾਈ ਉਹ ਦੇਣ ਦਾ ਮਤਲਬ ਇਹ ਹੁੰਦਾ ਵੀ ਪੇਸ਼ੈਂਟ ਨੂੰ ਵੀ ਬਿਲੀਵ ਹੋਣਾ ਚਾਹੀਦਾ ਵੀ ਮੈਂ 5 ਦਿਨ ਦੀ ਦਵਾਈ ਨਾਲ, ਇਹਨਾਂ ਨੇ 5 ਦਿਨ ਦੀ ਦਿੱਤੀ, ਮੈਂ ਠੀਕ ਹੋ ਜਾਊਂਗਾ। ਪਲੱਸ ਸਾਨੂੰ ਵੀ ਹੁੰਦਾ ਹੈ ਕਿ ਅਸੀਂ ਪੇਸ਼ੈਂਟ ਦਾ ਰਿਕਾਰਡ ਰੱਖਾਂਗੇ, ਤਾਂ ਹੀ ਅਸੀਂ ਵੀ ਉਸ ਚੀਜ਼ ਨਾਲ ਗਰੋ ਕਰਾਂਗੇ। ਅਸੀਂ ਇੱਕ ਪੇਸ਼ੈਂਟ ਤੋਂ ਦੂਸਰੇ ਪੇਸ਼ੈਂਟ ਨੂੰ ਤਾਂ ਹੀ ਦੱਸ ਸਕਾਂਗੇ ਵੀ ਤੁਹਾਡੇ ਕੋਲ ਕੇਸ ਸਟੱਡੀਜ਼ ਹੋਣਗੀਆਂ। ਹਾਂਜੀ, ਬਿਲਕੁਲ ਹੈਗੀਆਂ ਸਾਡੇ ਕੋਲ। ਚਲੋ, ਬਹੁਤ ਬਹੁਤ ਧੰਨਵਾਦ ਵੈਦ ਸਾਹਿਬ ਤੁਹਾਡਾ ਵੀ, ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਇੱਕ ਨਵਾਂ ਐਪੀਸੋਡ ਤੁਹਾਡੇ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਦੂਰ ਕਰਕੇ ਗਿਆ ਹੋਣਾ। ਇਹਨਾਂ ਬਿਮਾਰੀਆਂ ਨਾਲ ਅੱਜ ਸਾਡਾ ਪੰਜਾਬ ਪੂਰੀ ਤਰ੍ਹਾਂ ਭਰਿਆ ਹੋਇਆ, ਨਾ ਖਾਲੀ ਪੰਜਾਬ ਬਲਕਿ ਬਾਹਰ ਰਹਿੰਦੇ, ਵਿਦੇਸ਼ਾਂ 'ਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਨੇ ਜਿਹੜੇ ਉਹ ਇਹਨਾਂ ਬਿਮਾਰੀਆਂ ਤੋਂ ਗ੍ਰਸਤ ਨੇ। ਜੇਕਰ ਉਹ ਚਾਹੁੰਦੇ ਨੇ ਕਿ ਆਯੁਰਵੇਦਾ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਸੁਧਾਰ ਆਵੇ, ਜਾਂ ਉਹ ਚਾਹੁੰਦੇ ਨੇ ਕਿ ਆਯੁਰਵੇਦਾ ਦੀ ਬਿਮਾਰੀ, ਕਿਉਂਕਿ ਸਭ ਤੋਂ ਵੱਡਾ ਦਾਅਵਾ ਜਿਹੜਾ ਵੈਦ ਸਾਹਿਬ ਦਾ ਇਹ ਹੈ ਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਜੇਕਰ ਕੋਈ ਅੰਗਰੇਜ਼ੀ ਦਵਾਈ ਤੁਸੀਂ ਖਾ ਰਹੇ ਹੋ ਤਾਂ ਸਾਈਡ ਬਾਈ ਸਾਈਡ ਤੁਸੀਂ ਇਹ ਦਵਾਈ ਵੀ ਸ਼ੁਰੂ ਕਰ ਸਕਦੇ ਹੋ। ਜਦੋਂ ਤੁਹਾਨੂੰ ਇਹ ਬਿਲੀਵ ਹੋ ਜਾਏ, ਜਦੋਂ ਤੁਹਾਨੂੰ ਇਹ ਵਿਸ਼ਵਾਸ ਹੋ ਜਾਏ ਕਿ ਇਹ ਬਿਮਾਰੀ ਅਸਰ ਕਰ ਰਹੀ ਹੈ, ਬਿਮਾਰੀ ਨਾਲ ਫਰਕ ਪੈ ਰਿਹਾ, ਤਾਂ ਤੁਸੀਂ ਅੰਗਰੇਜ਼ੀ ਦਵਾਈ ਹੈ ਜਿਹੜੀ ਉਹ ਛੱਡ ਸਕਦੇ ਹੋ। ਅਗਲਾ ਐਪੀਸੋਡ ਫਿਰ ਲੈ ਕੇ ਆਵਾਂਗੇ, ਕੁਝ ਹੋਰ ਬਿਮਾਰੀਆਂ ਬਾਰੇ ਵੀ ਗੱਲ ਕਰਾਂਗੇ, ਜਾਗਰੂਕ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਪੀੜਤ ਨੇ ਵੱਖ-ਵੱਖ ਬਿਮਾਰੀਆਂ ਤੋਂ, ਕਿਵੇਂ ਉਹ ਇਹਨਾਂ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਨੇ। ਲਗਾਤਾਰ ਨੰਬਰ ਥੱਲੇ ਫਲੈਸ਼ ਹੋ ਰਹੇ ਨੇ, ਵੈਬਸਾਈਟ ਐਡਰੈਸ ਇਹਨਾਂ ਦਾ ਫਲੈਸ਼ ਹੋ ਰਿਹਾ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।